ਕਿਸੇ ਨਾ ਕਿਸੇ ਬੰਦੇ ਦੇ ਵਿੱਚ ਕੋਈ ਨਾ ਕੋਈ ਕਲਾ ਪਰਮੇਸ਼ਰ ਨੇ ਭਰੀ ਆ, ਗੋਡ ਗਿਫਟ ਕੋਈ ਨਾ ਕੋਈ। ਤੇ ਇਦਾਂ ਹੀ ਪ੍ਰਮਾਤਮਾ ਦੀ ਮਿਹਰ ਆ, ਕੋਈ ਨਾ ਕੋਈ ਜੇ ਵੱਖਰੀ ਆਪਾਂ ਚੀਜ਼ ਕੀਤੀ ਆ। ਜਿੱਦਾਂ ਆਪਾਂ ਬਾਜ ਤਿਆਰ ਕੀਤੇ ਆ ਕਿਰਪਾਨਾਂ ਦੇ, ਬਰੀਕ ਕਢਾਈ ਦੀਆਂ ਕਿਰਪਾਨਾਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਮਹਾਰਾਜ ਦੀ ਮਿਹਰ ਦੇ ਨਾਲ। ਅਸੀਂ ਆਪ ਦੇ ਹਿਸਾਬ ਨਾਲ ਜਿੰਨਾ ਸਾਡਾ ਹੈਂਡ ਵਰਕਿੰਗ ਕੰਮ ਹੱਥ ਨਾਲ ਕਰਦੇ ਆ, ਓਨੇ ਦੇ ਵਿੱਚ ਹੀ ਸਭ ਕੁਝ ਅਸੀਂ ਕਰਦੇ ਆ ਜੀ। ਸਾਨੂੰ ਮਸ਼ੀਨਾਂ 'ਤੇ ਨਹੀਂ, ਪਰ ਹੈਂਡ ਵਰਕਿੰਗ 'ਤੇ ਥੋੜ੍ਹਾ ਜ਼ਿਆਦਾ ਯਕੀਨ ਆ। ਅਤੇ ਆਪਾਂ ਜ਼ਿਆਦਾਤਰ ਸਾਈ ਦੇ ਕਿਰਪਾਨਾਂ ਤਿਆਰ ਕਰੀ ਦੀਆਂ ਆ। ਜਿਹੋ ਜਿਹੀ ਕੋਈ ਕਵੇ ਉਹੋ ਜਿਹੀ ਕਿਰਪਾਨ ਤਿਆਰ ਕਰ ਦਈਦੀ ਆ, ਸਿੰਗਲ ਹੋਵੇ ਸਪੈਸ਼ਲ ਹੋਵੇ। ਫਿਰ ਆਪਾਂ ਵੱਡੀ ਸ੍ਰੀ ਸਾਹਿਬ ਵੀ ਤਿਆਰ ਕਰਦੇ ਆ। ਆਹ 3 ਫੁੱਟ ਦੀ ਸ੍ਰੀ ਸਾਹਿਬ ਆ, ਸਾਰਾ ਹੀ ਆਪਾਂ ਹੱਥ ਨਾਲ ਇਹਦਾ ਕੰਮ ਕਰੀਦਾ, ਕੋਈ ਬਜ਼ਾਰੀ ਕੰਮ ਨਹੀਂ ਕਰਾਈਦਾ। ਸਟੀਲ ਦੀ ਇਹਦੀ ਮੁੱਠ ਬਣੀ ਆ ਅਤੇ ਵਿਚਲੀ ਕਿਰਪਾਨ ਇਹਦੀ ਲੋਹੇ ਦੀ, ਇਹਨੂੰ ਜਗਾੜ ਨਹੀਂ ਪੈਂਦਾ। ਚਾਈਨਾ ਦੇ ਬਾਰਡਰ 'ਤੇ ਲੋੜ ਪਈ ਸੀ 11 ਸਿੱਖ ਰੈਜੀਮੈਂਟ ਫੌਜ ਦੇ ਵਿੱਚ। ਉੱਥੇ ਵੀਰ ਜੀ ਸ੍ਰੀ ਸਾਹਿਬ ਆਪਾਂ ਵੱਡੇ ਭੇਜੇ ਸੀ। 15 ਕਿਰਪਾਨਾਂ ਪਹਿਲਾਂ ਉਹਨਾਂ ਨੇ ਸੈਂਪਲ ਵਾਸਤੇ ਮੰਗਾਈਆਂ ਸੀ, ਫਿਰ ਚੈੱਕ ਕਰਕੇ ਉਸ ਤੋਂ ਬਾਅਦ ਕੁਝ ਕਿਰਪਾਨਾਂ ਹੋਰ ਭੇਜੀਆਂ। ਇਹ ਸ੍ਰੀ ਸਾਹਿਬ ਅਸੀਂ ਆਪਣੇ ਕੋਲ ਸਾਂਭ ਕੇ ਰੱਖੀ ਆ। ਇਹ ਨਿਸ਼ਾਨੀ ਹੈ ਇੱਕ ਕਿ ਸਭਰਾਵਾਂ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਕਿਰਪਾਨ ਸ੍ਰੀ ਸਾਹਿਬ ਤਿਆਰ ਹੋਈ, ਉਹ ਇਹ ਕਿਰਪਾਨ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰ ਟੀਵੀ। ਮੈਂ ਹਾਂ ਗੁਰਚੇਤ ਔਲਖ। ਅੱਜ ਅਸੀਂ ਪਹੁੰਚੇ ਹਾਂ ਇਤਿਹਾਸਕ ਨਗਰ ਪਿੰਡ ਸਭਰਾ ਦੇ ਵਿੱਚ, ਜਿੱਥੇ ਸ਼ਾਮ ਸਿੰਘ ਅਟਾਰੀ ਦੇ ਨਾਨਕੇ ਨੇ। ਤੇ ਸ਼ਾਮ ਸਿੰਘ ਅਟਾਰੀ ਨੇ ਜਿਹੜੀ ਆਖਰੀ ਜੰਗ ਆ ਉਹ ਇਸ ਸਭਰਾਵਾਂ ਤੋਂ ਥੋੜ੍ਹੀ ਹੀ ਦੂਰ ਦਰਿਆ ਨੂੰ ਪਾਰ ਕਰਕੇ ਆ, ਜਿਹੜਾ ਪਾਰਲੇ ਸਭਰਾ ਦੇ ਵਿੱਚ ਉਹਨਾਂ ਨੇ ਸ਼ਹਾਦਤ ਕੀਤੀ ਸੀ। ਤੇ ਉੱਥੇ ਉਹਨਾਂ ਦਾ ਇਤਿਹਾਸਿਕ ਜਿਹੜਾ ਗੁਰਦੁਆਰਾ ਉਹ ਵੀ ਬਣਿਆ ਹੋਇਆ ਹੈ। ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਸਭਰਾ ਕੇਹਰ ਸਿੰਘ ਤੇ ਮੇਹਰ ਸਿੰਘ ਦੇ ਕੋਲ, ਜਿਹੜੇ ਕਿ ਟਕਸਾਲੀ ਕਿਰਪਾਨਾਂ ਬਣਾਉਣ ਵਾਸਤੇ ਬਹੁਤ ਜ਼ਿਆਦਾ ਮਸ਼ਹੂਰ ਹਨ। ਉਹ ਜਿਹੜੇ ਟਕਸਾਲੀ ਕਿਰਪਾਨਾਂ ਉਹਨਾਂ ਦੀਆਂ ਇਲਾਕੇ ਦੇ ਵਿੱਚ ਹੀ ਨਹੀਂ, ਸਗੋਂ ਫੋਰਨ ਤੱਕ, ਕੈਨੇਡਾ, ਅਮਰੀਕਾ ਤੱਕ ਵੀ ਬਹੁਤ ਜ਼ਿਆਦਾ ਮਸ਼ਹੂਰ ਨੇ, ਜਿੱਥੋਂ ਲੋਕੀ ਆਰਡਰ ਦਿੰਦੇ ਨੇ ਕਿ ਕਿਰਪਾਨਾਂ ਬਣਾਉਣ ਵਾਸਤੇ। ਅੱਜ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ ਤੇ ਅੱਜ ਉਹਨਾਂ ਤੋਂ ਜਾਣਾ ਕਿ ਉਹ ਕਿਰਪਾਨਾਂ ਜਿਹੜੀਆਂ ਉਹ ਕਿੰਨੇ ਸਮੇਂ ਤੋਂ ਤਿਆਰ ਕਰ ਰਹੇ ਨੇ, ਤੇ ਜਿਹੜੀਆਂ ਉਹਨਾਂ ਦੀਆਂ ਕਿਰਪਾਨਾਂ ਟਕਸਾਲੀ ਨੇ ਉਹਨਾਂ ਦੇ ਵਿੱਚ ਕੀ ਖਾਸੀਅਤ ਆ ਜਿਹੜੀ ਲੋਕੀ ਦੂਰੋਂ ਦੂਰੋਂ ਤੋਂ ਉਹਨਾਂ ਤੋਂ ਜਿਹੜੀਆਂ ਕਿਰਪਾਨਾਂ ਬਣਾਉਣ ਆਉਂਦੇ ਹਨ। ਤੇ ਮੈਂ ਅੱਜ ਉਹਨਾਂ ਦੇ ਕੋਲ ਪਹੁੰਚੇ ਹਾਂ, ਸਾਡੀ ਸਾਰੀ ਟੀਮ, ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਉਹ ਇਤਿਹਾਸਿਕ ਨਗਰ ਸਭਰਾ ਦੇ ਵਿੱਚ ਜਿਹੜਾ ਉਹਨਾਂ ਦੇ ਇੱਕ ਤਾਂ ਸ਼ਹਾਦਤ ਦਾ ਜਿਹੜਾ ਸ਼ਾਮ ਸਿੰਘ ਅਟਾਰੀ ਦੇ ਨਾਲ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ, ਤੇ ਹੁਣ ਜਿਹੜਾ ਕਿ ਉਹਨਾਂ ਦੀਆਂ ਕਿਰਪਾਨਾਂ ਦੇ ਨਾਲ ਜਿਹੜਾ ਟਕਸਾਲੀ ਕਿਰਪਾਨਾਂ ਦੇ ਕਰਕੇ ਵੀ ਜਿਹੜਾ ਸਭਰਾ ਨਗਰ ਉਹਦੀ ਬਹੁਤ ਜ਼ਿਆਦਾ ਮਹਾਨਤਾ ਤੇ ਮਸ਼ਹੂਰ ਹੈ ਇਲਾਕੇ ਦੇ ਵਿੱਚ, ਤੇ ਦੂਰ ਦੂਰ ਲੋਕੀ ਉਹਨਾਂ ਤੋਂ ਕਿਰਪਾਨਾਂ ਬਣਾਉਣ ਆਉਂਦੇ। ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਨਾਲ ਕਿ ਪੁੱਛਦੇ ਹਾਂ ਜਿਹੜੇ ਕਿਰਪਾਨਾਂ ਉਹ ਕਿੰਨੇ ਸਮੇਂ ਤੋਂ ਤਿਆਰ ਕਰ ਰਹੇ, ਤੇ ਜਿਹੜੀ ਇਹਨਾਂ ਦੀ ਪੂਰੀ ਕਾਸਟ ਕਿਰਪਾਨ ਤਿਆਰ ਕਰਨ ਦੀ ਕਿੰਨੀ ਆਉਂਦੀ ਹੈ, ਜਿਹੜਾ ਦਾ ਖਰਚਾ ਉਹ ਕੀ ਹੈ। ਹੁਣ ਸਾਡੇ ਨਾਲ ਮੌਜੂਦ ਨੇ ਕੇਹਰ ਸਿੰਘ ਕਿਰਪਾਨਾਂ ਵਾਲੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਉਹ ਇੱਕ ਕਿਰਪਾਨ ਬਣਾਉਂਦੇ ਨੇ ਉੱਤੇ ਕਿੰਨੀ ਮਿਹਨਤ ਲੱਗਦੀ ਹੈ, ਤੇ ਕਿੰਨੇ ਸਮੇਂ ਦੇ ਵਿੱਚ ਜਿਹੜੀ ਇੱਕ ਕਿਰਪਾਨ ਬਣ ਕੇ ਤਿਆਰ ਹੋ ਜਾਂਦੀ ਹੈ। ਤੇ ਮੇਨ ਗੱਲ ਇਹ ਹੈ ਕਿ ਇਹਨਾਂ ਦੀ ਕਿਰਪਾਨ ਦੇ ਵਿੱਚ ਇਹੋ ਜਿਹਾ ਕੀ ਖਾਸ ਆ ਜਿਹੜਾ ਕਿ ਦੂਰੋਂ ਦੂਰੋਂ ਲੋਕੀ ਇਹਨਾਂ ਦੇ ਕੋਲ ਕਿਰਪਾਨਾਂ ਬਣਾਉਣ ਆਉਂਦੇ ਨੇ। ਤੇ ਜਿਹੜੀਆਂ ਇਹਨਾਂ ਦੀ ਕਿਰਪਾਨਾਂ ਪੰਜਾਬ ਦੇ ਵਿੱਚ ਹੀ ਨਹੀਂ, ਸਗੋਂ ਕੈਨੇਡਾ, ਅਮਰੀਕਾ ਤੱਕ ਵੀ ਲੋਕੀ ਇਹਨਾਂ ਤੋਂ ਬਣਵਾਉਣ ਆਉਂਦੇ ਨੇ। ਤੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਇਹਦੇ ਵਿੱਚ ਕੀ ਖਾਸੀਅਤ ਹੈ ਜਿਹੜਾ ਲੋਕੀ ਦੂਰੋਂ ਦੂਰੋਂ ਕਿਰਪਾਨਾਂ ਬਣਾਉਣ ਆਉਂਦੇ ਨੇ। ਵੀਰ ਜੀ, ਤੁਹਾਡਾ ਹਮਦਰਦ ਟੀਵੀ ਤੇ ਸਵਾਗਤ ਹੈ ਜੀ। ਆਇਆਂ ਨੂੰ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੋ ਆਪ ਜੀ ਸਾਡੇ ਕੋਲ ਪਹੁੰਚੇ ਜੇ। ਕਿ ਜੀ ਜਿਹੜੀਆਂ ਤੁਸੀਂ ਕਿਰਪਾਨਾਂ ਤਿਆਰ ਕਰ ਰਹੇ ਹੋ, ਕਿੰਨੇ ਸਮੇਂ ਤੋਂ ਕਿਰਪਾਨਾਂ ਤਿਆਰ ਕਰ ਰਹੇ ਹੋ? ਇਹ ਜੀ ਪਿਤਾ ਜੀ ਕੰਮ ਕਰਦੇ ਸੀ ਅੱਜ ਤੋਂ 20 ਸਾਲ ਪਹਿਲਾਂ, ਤੇ ਨਾਲ ਅਸੀਂ ਵੀ ਉਹਨਾਂ ਦੇ ਕੰਮ ਕਰ ਰਹੇ 15-16 ਸਾਲ ਹੋ ਗਏ ਆ ਮੈਨੂੰ ਵੀ ਕੰਮ ਕਰਦਿਆਂ ਨੂੰ। ਨਾਲ ਮੇਰੇ ਵੱਡੇ ਭਰਾ ਜੀ ਮੇਹਰ ਸਿੰਘ ਨੇ, ਉਹ ਵੀ ਕੰਮ ਕਰਦੇ ਆ, ਤੇ ਅਸੀਂ ਦੋਵੇਂ ਨਾਲ ਹੀ ਕੰਮ ਕਰਦੇ ਆ ਰਹੇ। ਸਾਨੂੰ ਤਕਰੀਬਨ 20 ਸਾਲ ਹੋ ਗਏ ਆ ਜੀ ਕੰਮ ਕਰਦੇ ਆ। ਤੇ ਕਿ ਜਿਹੜੀ
ਕਿਰਪਾਨ ਤੁਹਾਡੇ ਦੇ ਵਿੱਚ ਇਹੋ ਜਿਹਾ ਕੀ ਖਾਸ ਆ ਜਿਹੜੀ ਕਿ ਕੈਨੇਡਾ ਅਮਰੀਕਾ ਤੱਕ ਲੋਕੀ ਤੁਹਾਡੇ ਤੋਂ ਕਿਰਪਾਨਾਂ ਬਣਾਉਣ ਆਉਂਦੇ ਆ? ਇਹ ਜੀ ਮਹਾਰਾਜ ਦੀ ਬਖਸ਼ਿਸ਼ ਹੀ ਆ। ਇਹ ਹਰ ਇੱਕ ਕਿਸੇ ਨਾ ਕਿਸੇ ਬੰਦੇ ਦੇ ਵਿੱਚ ਕੋਈ ਨਾ ਕੋਈ ਕਲਾ ਪਰਮੇਸ਼ਰ ਨੇ ਭਰੀ ਆ, ਗੋਡ ਗਿਫਟ ਕੋਈ ਨਾ ਕੋਈ। ਤੇ ਇਦਾਂ ਹੀ ਪ੍ਰਮਾਤਮਾ ਦੀ ਮਿਹਰ ਆ, ਕੋਈ ਨਾ ਕੋਈ ਜੇ ਵੱਖਰੀ ਆਪਾਂ ਚੀਜ਼ ਕੀਤੀ ਆ। ਜਿੱਦਾਂ ਆਪਾਂ ਬਾਜ ਤਿਆਰ ਕੀਤੇ ਆ ਕਿਰਪਾਨਾਂ ਦੇ, ਬਰੀਕ ਕਢਾਈ ਦੀਆਂ ਕਿਰਪਾਨਾਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਮਹਾਰਾਜ ਦੀ ਮਿਹਰ ਦੇ ਨਾਲ। ਇਹ ਹਿਸਾਬ ਦੇ ਨਾਲ ਜੋ ਆਪਾਂ ਵਧੀਆ ਤੋਂ ਵਧੀਆ ਆਪਦੇ ਸ਼ੌਂਕ ਨਾਲ ਚੀਜ਼ ਅਗਲੇ ਨੂੰ ਤਿਆਰ ਕਰਕੇ ਦਿੰਦੇ ਆ ਜੀ, ਹਰ ਇੱਕ ਨੂੰ ਪਸੰਦ ਲੱਗਦੀ ਆ, ਵਧੀਆ ਲੱਗਦੀ ਆ, ਤੇ ਹਰ ਕੋਈ ਚੀਜ਼ ਵਧੀਆ ਵੇਖ ਕੇ ਹੀ ਖਰੀਦਦਾ ਜੀ। ਤੇ ਆਪਾਂ ਆਪਦੇ ਸ਼ੌਂਕ ਨਾਲ ਕੰਮ ਕਰਦੇ ਆ ਜੀ, ਪੂਰੀ ਰੀਝ ਨਾਲ, ਤਸੱਲੀ ਨਾਲ। ਤੇ ਇਹੀ ਆਪਣਾ ਇਹ ਮੇਨ ਹੈ ਕਿ ਆਪਾਂ ਹਰ ਇੱਕ ਵੀਰ ਨੂੰ ਸ੍ਰੀ ਸਾਹਿਬ ਸੋਹਣੀ ਤੇ ਵਧੀਆ ਬਣਾ ਕੇ ਦਈਏ ਜੀ। ਇਹੀ ਆਪਣੀ ਖਾਸੀਅਤ ਹੈ ਜੀ। ਕਿ ਜੀ ਪਹਿਲਾਂ ਤੁਹਾਡੇ ਜਿਹੜੇ ਪਿਤਾ ਜੀ ਕੰਮ ਕਰਦੇ ਰਹੇ ਆ, ਤੇ ਜੇ ਗੱਲ ਕਰੀ ਤੁਹਾਡੇ ਪਿਛੋਕੜ ਦੀ, ਪਿਛਲੇ ਸਮੇਂ ਦੀ, ਤੁਹਾਡੇ ਪਿਛਲੇ ਸਮੇਂ ਫਾਦਰ ਸਾਹਿਬ ਕੀ ਕੰਮ ਕਰਦੇ ਸੀ? ਉਸ ਤੋਂ ਬਾਅਦ ਜਿਹੜਾ ਕਿਰਪਾਨਾਂ ਵੱਲ ਉਹਨਾਂ ਦਾ ਜਿਹੜਾ ਧਿਆਨ ਆ ਉਹ ਕਿਵੇਂ ਆ ਕਿ ਅਸੀਂ ਕਿਰਪਾਨਾਂ ਬਣਾਉਣ ਦੀ ਜਿਹੜੀ ਆ ਕੋਸ਼ਿਸ਼ ਕਰੀਏ? ਇਹ ਜੀ ਪਿਤਾ ਜੀ ਸਾਡੇ ਦਾਦਾ ਪੁਰਖੀ ਸਾਹਿਬ ਇਹ ਲਵਾਰਾ ਕੰਮ ਕਰਦੇ, ਲਵਾਰ ਸਿੰਘ ਹੀ। ਤੇ ਇਹ ਕੰਮ ਜਿੱਦਾਂ ਪਿੰਡਾਂ ਦੇ ਵਿੱਚ ਟੋਕੇ ਚੰਡਦੇ ਸੀਗੇ ਤੇ ਲਵਾਰਾ ਕੰਮ ਕਰਦੇ ਸੀਗੇ, ਜੋ ਵੀ ਪਹਿਲੋਂ ਪੁਰਾਤਨ ਸਮੇਂ ਤੋਂ ਤੁਰੇ ਆ ਰਹੇ ਆ। ਤੇ ਉਦੋਂ ਬਾਅਦ ਪਿਤਾ ਜੀ ਨਾਲ ਲੱਕੜ ਦਾ ਵੀ ਕੰਮ ਕਰਦੇ ਸੀਗੇ। ਤੇ ਇੱਕ ਚਾਚਾ ਜੀ ਸਾਡੇ ਕਰਤਾਰ ਸਿੰਘ ਸੀ, ਤੇ ਪਿਤਾ ਜੀ ਗੁਰਬਚਨ ਸਿੰਘ ਹੋਣੀ। ਤੇ ਚਾਚਾ ਜੀ ਕਹਿੰਦੇ ਕਿ ਸ੍ਰੀ ਸਾਹਿਬ ਆਪਾਂ ਤਿਆਰ ਕਰਨੀ ਆ, ਤੇ ਪਿਤਾ ਜੀ ਕਹਿੰਦੇ ਚਲੋ ਕਰਦੇ ਆ। ਤੇ ਦੋਵਾਂ ਨੇ ਸ੍ਰੀ ਸਾਹਿਬ ਤਿਆਰ ਕੀਤੀ ਕਿਰਪਾਨ। ਤੇ ਉਦੋਂ ਬਾਅਦ ਫਿਰ ਹੌਲੀ 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 ਮਹਾਰਾਜ ਦੀ ਕਿਰਪਾ ਦੇ ਨਾਲ ਸ੍ਰੀ ਸਾਹਿਬ ਤਿਆਰ ਕਰਨੀਆਂ ਸ਼ੁਰੂ ਕਰਤੀਆਂ ਕਿਰਪਾਨਾਂ। ਤੇ ਉਦੋਂ ਗਾੜੀ ਚੱਲ ਅਸੀਂ ਵੀ ਨਾਲ ਲੱਗੇ। ਸ੍ਰੀ ਸਾਹਿਬਾਂ ਇੱਦਾਂ ਹੀ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਤਿਆਰ ਕੀਤੀਆਂ ਜੀ, ਕਿਤੇ ਸਿੱਖ ਕੇ ਨਹੀਂ ਆਏ। ਚਾਚਾ ਜੀ ਆਪ ਹੀ ਮਿਹਨਤ ਕੀਤੀ ਇਹਨਾਂ ਨੇ, ਡੈਡੀ ਜੀ ਉਹਨਾਂ ਨੇ, ਤੇ ਇੱਥੋਂ ਤੱਕ ਇਹਨਾਂ ਨੇ ਪਹੁੰਚਾਇਆ ਸਾਨੂੰ। ਮਤਲਬ ਜੇ ਗੱਲ ਕੀਤੀ ਜਾਵੇ ਕਿ ਅੱਜ ਕੱਲ੍ਹ ਜਿਹੜਾ ਸਮਾਂ ਮਾਡਰਨ ਕਿ ਹਰ ਇੱਕ ਕੰਮ ਮਸ਼ੀਨਾਂ ਰਾਹੀਂ ਹੋ ਰਿਹਾ, ਪਰ ਤੁਸੀਂ ਜਿਹੜਾ ਸਾਰਾ ਕੰਮ ਉਹ ਹੱਥੀਂ ਕਰਦੇ ਹੋ। ਹਾਂਜੀ ਜੀ, ਮਸ਼ੀਨਾਂ ਦੇ ਨਾਲ ਵੀ ਕੰਮ ਕਰੀ ਜਾਂਦੇ ਆ ਸਭ, ਪਰ ਜੋ ਹੈਂਡ ਵਰਕਿੰਗ ਤੇ ਹੱਥ ਦੀ ਕਲਾ ਜੀ ਉਹ ਮਸ਼ੀਨ ਦੇ ਨਾਲ ਨਹੀਂ ਪੈਂਦੀ। ਤੇ ਬਾਕੀ ਸਾਡੇ ਕੋਲ ਇੰਨੀ ਮਾਇਆ ਦੀ ਗੁੰਜਾਇਸ਼ ਨਹੀਂ ਹੈ ਕਿ ਅਸੀਂ ਕੋਈ ਵੀ ਮਸ਼ੀਨਾਂ, ਕੋਈ 50 ਲੱਖ ਦੀ, ਕਰੋੜ ਰੁਪਈਆ ਲੱਗਦਾ ਮਸ਼ੀਨਾਂ ਤੇ, ਇਹਨਾਂ ਦੇ ਬਹੁਤ ਖਰਚੇ ਆਉਂਦੇ ਆ। ਅਸੀਂ ਆਪ ਦੇ ਹਿਸਾਬ ਨਾਲ ਜਿੰਨਾ ਸਾਡਾ ਹੈਂਡ ਵਰਕਿੰਗ ਕੰਮ ਹੱਥ ਨਾਲ ਕਰਦੇ ਆ, ਓਨੇ ਦੇ ਵਿੱਚ ਹੀ ਸਭ ਕੁਝ ਅਸੀਂ ਕਰਦੇ ਆ ਜੀ। ਸਾਨੂੰ ਮਸ਼ੀਨਾਂ 'ਤੇ ਨਹੀਂ, ਪਰ ਹੈਂਡ ਵਰਕਿੰਗ 'ਤੇ ਥੋੜ੍ਹਾ ਜ਼ਿਆਦਾ ਯਕੀਨ ਆ ਕਿ ਉਹਦੇ 'ਤੇ ਸਾਨੂੰ ਉਹਦਾ ਹੀ ਸਭ ਕੁਝ ਸਾਨੂੰ ਮਿਹਨਤ ਮਿਲਦੀ ਆ, ਹੱਥ ਨਾਲ ਕੰਮ ਕਰਦੇ ਆ। ਤੇ ਨਹੀਂ ਤੇ ਉੱਦਾਂ ਮਸ਼ੀਨਾਂ ਵਾਲੇ ਕੰਮ ਦੇ ਵਿੱਚ ਤੇ ਬਾਬਾ ਜੀ ਤੁਹਾਨੂੰ ਪਤਾ ਹੀ ਆ। ਮਤਲਬ ਜਿਹੜਾ ਹੱਥ ਦੇ ਨਾਲ ਮਿਹਨਤ ਕਰਦੇ ਹੋ ਜਾਂ ਮਸ਼ੀਨ ਦੇ ਨਾਲ ਕੰਮ ਕਰਦੇ ਹੋ, ਤੇ ਫਿਰ ਜਿਹੜੀ ਸਫਾਈ ਦਾ ਕਿਵੇਂ ਆ, ਕੋਈ ਫਰਕ ਨਹੀਂ ਲੱਗਦਾ ਕਿ ਮਸ਼ੀਨ ਦੇ ਵਿੱਚ ਜਿਹੜੀ ਸਫਾਈ ਜ਼ਿਆਦਾ ਹੋਊਗੀ ਹੱਥ ਦੇ ਨਾਲ? ਮਸ਼ੀਨ ਦਾ ਬਾਬਾ ਜੀ ਆਪਣੇ ਕੋਲ ਮਸ਼ੀਨ ਤੇ ਹੈਗੀ ਨਹੀਂ ਜੀ, ਤੇ ਆਪਾਂ ਕੰਮ ਤੇ ਕਰਦੇ ਆ ਸਾਰਾ ਹੱਥ ਨਾਲ ਹੀ ਕਰੀਦਾ ਜੀ। ਤੇ ਜੋ ਹੱਥ ਨਾਲ ਕੰਮ ਆਪਾਂ ਕਰਦੇ ਹੈਂਡ ਵਰਕਿੰਗ, ਉਹਦਾ ਤੇ ਆਪਾਂ ਨੂੰ ਪਤਾ ਜੀ ਮਸ਼ੀਨ ਨੇ ਕੀ ਕਰ ਦੇਣਾ, ਇਹਦਾ ਤੇ ਆਪਾਂ ਨੂੰ ਕੋਈ ਪਤਾ ਨਹੀਂ ਆ। ਤੇ ਜੇ ਆਪਾਂ ਹੱਥ ਨਾਲ ਹੀ ਕੰਮ ਕਰਦੇ ਆ ਤੇ ਆਪਣੀ ਇੱਥੋਂ ਤਾਈਂ ਨਾ ਆਪਣਾ ਇਹੀ ਹੈ ਕਿ ਆਪਾਂ ਹੱਥ ਨਾਲ ਕਿਰਪਾਨ, ਟਕਸਾਲੀ ਕਿਰਪਾਨ ਹੱਥ ਨਾਲ ਤਿਆਰ ਕਰਦੇ ਆ, ਹੋਰ ਤੇ ਕੋਈ ਇਹਦਾ ਹੈ ਹੀ ਨਹੀਂ ਹੈ ਜੀ। ਜੇ ਵੇਖਿਆ ਜਾਵੇ ਕਿ ਟਕਸਾਲੀ ਕਿਰਪਾਨਾਂ ਜਾਂ ਇਹਦੇ ਨਾਲ ਕੋਈ ਹੋਰ ਵੀ ਕਿਰਪਾਨ ਹੁੰਦੀ ਆ, ਜਿਵੇਂ ਟਕਸਾਲੀ ਕਿਰਪਾਨ ਹੋ ਗਈ ਜਾਂ ਕੋਈ ਹੋਰ ਕਿਰਪਾਨ ਵੀ, ਜਿਹੜੇ ਇਹਨਾਂ ਦੇ ਨਾਂ ਵੰਡੇ ਹੁੰਦੇ ਆ? ਟਕਸਾਲੀ ਕਿਰਪਾਨ ਜੀ ਤੇ ਆਮ ਕਿਰਪਾਨ ਦੇ ਵਿੱਚ ਇਹ ਫਰਕ ਆ। ਟਕਸਾਲੀ ਦਾ ਕਿਰਪਾਨ ਦਾ ਮਤਲਬ ਕਿ ਸਾਫ਼ ਤੇ ਸ਼ੁੱਧ ਕਿਰਪਾਨ, ਮਤਲਬ ਕਿ ਸ਼ੁੱਧਤਾ ਖਾਲਸ ਜਿਹਨੂੰ ਕਿਹਾ ਜਾਂਦਾ। ਆਪ ਜੀ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਆ ਕਿ ਹਰ ਇੱਕ ਚੀਜ਼ ਦਾ ਬ੍ਰਾਂਡ ਹੁੰਦਾ। ਜਿੱਦਾਂ ਇਹ ਟਕਸਾਲੀ ਇੱਕ ਬ੍ਰਾਂਡ ਆ, ਵਧੀਆ ਹੋਈ ਚੀਜ਼ ਵਧੀਆ, ਇਹ ਇਹਦਾ ਸ਼ੁੱਧਤਾ ਦੀ ਪਹਿਚਾਣ ਆ। ਤੇ ਕਿਰਪਾਨ ਤੇ ਜੀ ਵੇਖੋ 50 ਰੁਪਈਆਂ ਤੋਂ ਵੀ ਸ਼ੁਰੂ ਹੋ ਜਾਂਦੀ ਆ। ਤੇ ਹੁਣ ਸਾਡੀ ਟਕਸਾਲੀ ਕਿਰਪਾਨ ਆ ਜਿਹੜੀ ਅਸੀਂ ਸ਼ੁਰੂ ਕਰਦੇ ਆ 700 ਤੋਂ ਲੈ ਕੇ ਜੀ, ਜੋ ਵੀ ਇਹਦੇ ਤੇ ਜਦੋਂ ਦਿਨ ਲੱਗਦੇ ਆ, ਮਿਹਨਤ ਜ਼ਿਆਦਾ ਹੁੰਦੀ ਜਾਂਦੀ ਆ, ਤੇ ਫਿਰ 7000 ਤੱਕ ਵੀ ਬਣ ਜਾਂਦੀ ਆ। ਜਿੰਨਾ ਵੀ ਕੋਈ ਉਹਦੇ 'ਤੇ ਮਿਹਨਤ ਕਰਵਾਉਣੀ ਚਾਹੁੰਦਾ ਉਹਨਾਂ ਟਾਈਮ ਵੱਧ ਲੱਗਦਾ ਆ, ਖੰਡੇ ਤੀਰਾਂ ਦੀ ਬਰੀਕੀ ਵੱਧਦੀ ਜਾਂਦੀ ਆ। ਫਿਰ ਕਿਰਪਾਨਾਂ ਦੇ ਉੱਤੇ ਸੋਨੇ ਦਾ ਕੰਮ ਵੀ ਕਰਵਾ ਲੈਂਦੇ ਆ, ਸੋਨੇ ਦਾ ਕੰਮ ਵੀ ਕਰਵਾ ਦੇਈਦਾ ਜੀ। ਤੇ ਇਹਦੇ 'ਤੇ ਜੋ ਵੀ ਕਰਵਾਈ ਜਾਣ, ਇਹ ਤੇ ਭਾਵੇਂ 50,000 ਤੱਕ ਸ੍ਰੀ ਸਾਹਿਬ ਬਣਵਾ ਲੈਣ, ਭਾਵੇਂ ਲੱਖ ਤਾਈਂ ਬਣਵਾ ਲੈਣ, ਇਹ ਸੋਨੇ ਦਾ ਕੰਮ ਹੋ ਗਿਆ ਤੇ ਮਹਿੰਗੀ ਹੁੰਦੀ ਜਾਣੀ ਆ ਜੀ। ਉੱਤੇ ਕਢਾਈ ਇਹਦੇ ਬਰੀਕ ਹੁੰਦੀ ਜਾਣੀ ਆ।
ਇਸ ਹਿਸਾਬ ਦੇ ਨਾਲ ਹੀ ਆ ਇਹ ਕਿਰਪਾਨ ਜਿਹੜੀ ਟਕਸਾਲੀ ਦੀ ਤੇ ਇਹੋ ਹੀ ਪਹਿਚਾਣ ਹੈ ਜੀ। ਮਤਲਬ ਚਾਹੇ ਕਿ ਜਿਹੜਾ ਤੁਸੀਂ ਪਹਿਲਾ ਬਾਜ ਬਣਾਉਣਾ ਜਿਹੜਾ ਸ੍ਰੀ ਸਾਹਿਬ ਦੇ ਕੋਲ ਉਹ ਜਿਹੜਾ ਕੰਮ ਸ਼ੁਰੂ ਤੁਸੀਂ ਕੀਤਾ ਜੀ? ਹਾਂਜੀ ਜੀ, ਇਹ ਸ੍ਰੀ ਸਾਹਿਬ ਬਾਜ ਦਾ ਕੰਮ ਮੈਂ ਹੀ ਸ਼ੁਰੂ ਕੀਤਾ ਸੀ। ਪਹਿਲਾਂ ਸਿੰਪਲ ਕਿਰਪਾਨ ਬਣਾਉਂਦੇ ਸੀਗੇ, ਇਦਾਂ ਜਿੱਦਾਂ ਆਹ ਬਣਾਉਂਦੇ ਸੀਗੇ ਪਿਤਾ ਜੀ ਹੋਣੀ। ਉਦੋਂ ਬਾਅਦ ਮੈਂ ਛੋਟਾ ਜਿਹਾ ਸੀਗਾ ਤੇ ਮੈਂ ਇਦਾਂ ਹੀ ਜਿੱਦਾਂ ਹੁਣ ਛੋਟੇ ਆਮ ਬੱਚੇ ਦੁਕਾਨ ਤੇ ਖੇਡਦੇ ਫਿਰਦੇ ਰਹਿੰਦੇ ਕੰਮ ਕਰਦੇ, ਤੇ ਮੈਂ ਇਦਾਂ ਕੋਈ ਨਾ ਕੋਈ ਕਰਦੇ ਰਹਿਣਾ ਵੱਖਰਾ ਜਿਹਾ। ਤੇ ਫਿਰ ਬਾਜ ਦੀ ਜਦੋਂ ਬਾਜ ਬਣਾਉਣਾ ਸ਼ੁਰੂ ਕੀਤਾ, ਪਹਿਲਾਂ ਸਿੰਪਲ ਬਣਾਇਆ, ਫਿਰ ਹੌਲੀ ਹੌਲੀ ਉਹਦੇ ਵਿੱਚ ਮੀਨਾਕਾਰੀ ਕੀਤੀ, ਡਿਜ਼ਾਈਨਿੰਗ ਕਰਨੀ ਸ਼ੁਰੂ ਕਰਤੀ। ਤੇ ਬਾਜ ਤੇ ਜਿਹੜੀ ਬਰੀਕ 3 ਲੈਣਾ ਵਾਲੀ ਕਿਰਪਾਨ, 4 ਲੈਣਾ ਵਾਲੀ ਕਿਰਪਾਨ, ਅੰਦਰ ਤੀਰ ਲਾ ਕੇ ਇਹ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਪਹਿਲਾਂ ਸ਼ੁਰੂ ਕੀਤੀ। ਕਿਰਪਾਨਾਂ ਦਾ ਕੰਮ ਤੇ ਭਿੰਡਰਾਂ ਤੋਂ ਸ਼ੁਰੂ ਹੋਇਆ ਆ। ਕਿਰਪਾਨਾਂ ਦਾ ਕੰਮ ਜਿਹੜਾ ਟਕਸਾਲੀ ਦਾ ਭਿੰਡਰਾਂ ਤੋਂ ਸ਼ੁਰੂ ਹੋਇਆ। ਅਸੀਂ ਉਹਨਾਂ ਨੂੰ ਵੇਖ ਕੇ, ਉਹਨਾਂ ਵੱਲ ਵੇਖ ਕੇ ਹੀ ਸਾਰਾ ਕੁਝ ਕੀਤਾ ਵਾ। ਤੇ ਉਹਨਾਂ ਦੇ ਜੋ ਉਹਨਾਂ ਨੇ ਆਮ ਖੰਡੇ ਤੀਰ ਲਾਉਂਦੇ ਸੀਗੇ, ਸਿੰਪਲ ਕਿਰਪਾਨ ਸੀਗੀ, ਤੇ ਅਸੀਂ ਉਹਦੇ ਵਿੱਚ ਥੋੜ੍ਹੇ ਜਿਹੇ ਜੀ ਮਿਹਨਤ ਕੀਤੀ ਵੱਧ, ਤੇ ਵਿੱਚ ਧਿਆਨ ਦੇ ਕੇ ਤੇ ਉਹਨੂੰ ਬਰੀਕ ਕਢਾਈ ਦੇ ਵਿੱਚ ਤਿਆਰ ਕਰਤਾ। ਵਿੱਚ ਬਾਜ ਪਾਉਣੇ ਸ਼ੁਰੂ ਕਰਤੇ, ਸ਼ੇਰ ਵਾਲੀ ਵੀ ਬਣਾ ਦਈਦੀ ਆ, ਬਾਜ ਵੀ ਜੋ ਵੀ ਕੋਈ ਕਵੇ ਤੇ ਵਿੱਚ ਸ੍ਰੀ ਸਾਹਿਬ ਤਿਆਰ ਕਰਕੇ ਬਣਾ ਕੇ ਪਾ ਦਈਦੀ ਹੈ ਜੀ। ਮਤਲਬ ਹੁਣ ਤੁਹਾਡੇ ਤੋਂ ਇੱਥੇ ਜਿਹੜੀਆਂ ਕਿਹੜੀਆਂ ਕਿਰਪਾਨਾਂ ਮੌਜੂਦ ਨੇ ਜਿਹੜੀਆਂ ਤੁਹਾਡੇ ਤੋਂ ਬਣੀਆਂ ਹੋਈਆਂ, ਤੇ ਉਹਦਾ ਸੈਂਪਲ ਤੁਹਾਡੇ ਕੋਲ ਅਵੇਲੇਬਲ ਹੋਣਗੇ ਕਿ ਜਿਹੜਾ ਉਹਦੇ ਵਿੱਚ ਖਾਸੀਅਤ ਕੀ ਆ, ਉਹ ਮੀਨਾਕਾਰੀ ਜਿਹੜੀ ਤੁਸੀਂ ਕਿਵੇਂ ਕਰਦੇ ਹੋ? ਸ੍ਰੀ ਸਾਹਿਬ ਕੁਝ ਆ ਜੀ ਆਪਣੇ ਤੋਂ। ਹਾਂਜੀ ਵੀਰ ਜੀ, ਹੁਣ ਤੁਹਾਡੇ ਤੋਂ ਜਿਹੜੇ ਕਿਰਪਾਨਾਂ ਦੇ ਕਿਹੜੇ ਸੈਂਪਲ ਜਿਹੜੇ ਮੌਜੂਦ ਨੇ, ਤੇ ਉਹ ਕਿਹੜੇ ਸੈਂਪਲ, ਜਿਵੇਂ ਨਾਂ ਹੁੰਦਾ, ਜਿਵੇਂ ਤੁਸੀਂ ਆ ਕੇ ਟਕਸਾਲੀ ਕਿਰਪਾਨ ਤੇ ਤੁਸੀਂ ਉਹਨਾਂ ਦੀ ਕਢਾਈ ਆਪ ਕਰਦੇ ਹੋ, ਤੇ ਕਿਹੜੇ ਸੈਂਪਲ ਤੁਹਾਡੇ ਤੋਂ ਮੌਜੂਦ, ਤੇ ਉਹਦਾ ਜਿਹੜੀ ਮਹਾਨਤਾ ਕੀ ਹੈ? ਸਾਰਿਆਂ ਨੂੰ ਤਾਂ ਪਹਿਲਾਂ ਜੀ ਆ ਬਾਜ ਵਾਲੀ ਕਿਰਪਾਨ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਾਂ ਜਿਹੜੀ ਸਾਰਿਆਂ ਨੂੰ ਸਪੈਸ਼ਲ ਤਿਆਰ ਕੀਤੀ ਹੋਈ ਆ ਆਪਦੀ ਕਿਰਪਾਨ, ਜਿਹੜੀ ਇਹ ਆਪਣੀ ਬਾਜ ਵਾਲੀ ਕਿਰਪਾਨ ਤੇ ਬਰੀਕ ਕਢਾਈ ਦੀ, ਜਿਹੜੀ ਤੁਹਾਨੂੰ ਦੱਸ ਰਹੇ ਹਾਂ ਕਿ 700 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਕਿਰਪਾਨ ਜਿਹੜੀ ਆਪਣੀ। ਆ ਜਿਹੜੀ ਕਿਰਪਾਨ 700 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਉਦੋਂ ਬਾਅਦ ਫਿਰ ਆ ਜਾਂਦੀ ਆ ਇਹਦੇ ਨਾਲ ਥੋੜੀ ਬਰੀਕ ਕਢਾਈ ਦੀ, ਇਹ ਕੋ 3000 ਰੁਪਏ ਦੀ ਕਿਰਪਾਨ ਆ। ਉਦੋਂ ਬਾਅਦ ਫਿਰ ਆ ਗਈ ਆ ਜੀ ਆ 12 ਇੰਚੀ ਦੀ ਸ੍ਰੀ ਸਾਹਿਬ ਆ, ਡਬਲ ਕਢਾਈ ਦੀ, 2 ਬੰਨੀ, ਸਰਬ ਲੋਹੇ ਦੀ ਆ, ਇਹ ਡਬਲ ਕਢਾਈ ਦੀ ਆ। ਤੇ ਇਹ ਤੋਂ ਬਾਅਦ ਫਿਰ 9 ਇੰਚੀ ਦੀ ਆ ਜਾਂਦੀ ਹੈ ਜੀ, ਸਟੀਲ ਦੀ ਆ 9 ਇੰਚੀ ਦੀ। ਤਕਰੀਬਨ ਆਪਣੇ ਕੋਲ ਜ਼ਿਆਦਾਤਰ ਤੇ ਆਪਾਂ ਸਾਈ ਦੇ ਕਿਰਪਾਨਾਂ ਤਿਆਰ ਕਰਦੇ ਹਾਂ, ਜਿਹੋ ਜੀ ਅਗਲੇ ਦੀ ਡਿਮਾਂਡ ਹੋਵੇ ਉਹੋ ਜੀ ਆਪਾਂ ਕਿਰਪਾਨ ਤਿਆਰ ਕਰੀਦੀ ਹੈ। ਜੇ ਕੋਈ ਕਵੇ ਸਿੰਗਲ ਚਾਹੀਦੀ ਆ, ਸਪੈਸ਼ਲ ਚਾਹੀਦੀ ਆ, ਹੁਣ ਸਪੈਸ਼ਲ ਕਿਰਪਾਨ ਅਸੀਂ ਕਹਿੰਦੇ ਇਹਨੂੰ, ਜਿੱਦਾਂ 3 ਲੈਣਾ ਵਾਲੀ ਕਿਰਪਾਨ ਆ, ਬਰੀਕ ਕਢਾਈ ਦੀ, ਅੰਦਰ 3 ਤੀਰ ਲੱਗੇ ਆ, ਇਹ ਕੋਸਟਲੀ ਮਹਿੰਗੀ ਆ। ਇਹ ਹੈਗੀ ਆ ਕੋਈ ਤਕਰੀਬਨ 8500 ਰੁਪਏ ਦੀ ਆਪਾਂ ਕਿਰਪਾਨ ਦਿੰਦੇ ਆ ਜਿਹੜੀ। ਤੇ ਇਹਨੂੰ ਤਕਰੀਬਨ 3 ਜਾਣੇ ਅਸੀਂ ਕੰਮ ਕਰਦੇ ਆ, 2-3 ਦਿਨ ਸ੍ਰੀ ਸਾਹਿਬ ਨੂੰ ਲੱਗ ਜਾਂਦੇ। ਕੁਝ ਇਹਦੇ ਪਾਰਟ ਤਿਆਰ ਹੋਏ ਹੁੰਦੇ ਆ, ਕੁਝ ਨਾਲ ਕਰ ਲਈਦੇ ਆ। ਫਿਰ ਇਹਦੋਂ ਬਾਅਦ ਫਿਰ ਆ ਵੀ ਬਰੀਕ ਕਢਾਈ ਦੀ, ਇਹ ਵੀ 3 ਲੈਣਾ ਵਾਲੀ ਆ। ਤੇ ਆਪਾਂ ਜ਼ਿਆਦਾਤਰ ਸਾਈ ਦੇ ਕਿਰਪਾਨਾਂ ਤਿਆਰ ਕਰੀਦੀਆਂ ਆ, ਜਿਹੋ ਜੀ ਕੋਈ ਕਵੇ ਉਹੋ ਜੀ ਕਿਰਪਾਨ ਤਿਆਰ ਕਰ ਦਈਦੀ ਆ, ਸਿੰਗਲ ਹੋਵੇ ਸਪੈਸ਼ਲ ਹੋਵੇ। ਫਿਰ ਆਪਾਂ ਵੱਡੀ ਸ੍ਰੀ ਸਾਹਿਬ ਵੀ ਤਿਆਰ ਕਰਦੇ ਆ 3 ਫੁੱਟ ਦੀ ਸ੍ਰੀ ਸਾਹਿਬ ਆ, ਸਾਰਾ ਹੀ ਆਪਾਂ ਹੱਥ ਨਾਲ ਇਹਦਾ ਕੰਮ ਕਰੀਦਾ, ਕੋਈ ਬਾਜ਼ਾਰੀ ਕੰਮ ਨਹੀਂ ਕਰਾਈਦਾ। ਸਟੀਲ ਦੀ ਇਹਦੀ ਮੁੱਠ ਬਣੀ ਆ, ਤੇ ਬਿਜਲੀ ਕਿਰਪਾਨ ਇਹਦੀ ਲੋਹੇ ਦੀ ਆ, ਇਹਨੂੰ ਜੰਗਾਲ ਨਹੀਂ ਪੈਂਦਾ। ਇਹਦੀ ਖਾਸੀਅਤ ਆ ਲੋਹੇ ਦੀ ਆ, ਜੰਗਾਲ ਨਹੀਂ ਪੈਂਦਾ ਕਿਰਪਾਨ ਨੂੰ। ਇਹ ਨਹੀਂ ਗਾ ਕਿ ਕਿਤੇ ਵਿੰਗੀ ਹੋ ਜੂਗੀ। ਵਧੀਆ ਕਿਰਪਾਨ ਸਪੈਸ਼ਲ ਤਿਆਰ ਕਰੀਦੀ, ਇਹ ਵੀ ਆਪਾਂ ਆਪ ਹੱਥ ਨਾਲ ਹੀ ਤਿਆਰ ਕਰਦੇ, ਕੋਈ ਬਾਜ਼ਾਰ ਚੋਂ ਕੰਮ ਕਿਤੇ ਨਹੀਂ ਕਰਵਾਈਦਾ। ਜਿਹੜੀ ਇਹਦੀ ਮੁੱਠ ਹੈ ਇਹ ਵਧੀਆ, ਇੰਨੀ ਵਧੀਆ ਬਣੀ ਹੋਈ, ਤੇ ਉਹ ਵੀ ਤੁਸੀਂ ਆਪ ਤਿਆਰ ਕਰਦੇ? ਹਾਂਜੀ, ਸਭ ਕੁਝ ਆਪਾਂ ਇਹਦਾ ਆਪ ਤਿਆਰ ਕਰੀਦਾ ਜੀ। ਛੋਟੀ ਕਿਰਪਾਨ ਤੇ ਵੱਡੀ ਕਿਰਪਾਨ ਦੀ ਜਿਹੜੀ ਕੁੱਲ ਦਿਨਾਂ ਦੀ ਮਿਹਨਤ ਕਿੰਨੀ ਲੱਗਦੀ ਹੈ ਇੱਕ ਕਿਰਪਾਨ ਨੂੰ ਤਿਆਰ ਕਰਨ ਨੂੰ? ਜਿਹੜੀ ਤੇ ਵੱਡੀ ਸ੍ਰੀ ਸਾਹਿਬ ਆ, ਇਹਨੂੰ ਤਕਰੀਬਨ 10 ਦਿਨ ਲੱਗ ਜਾਂਦੇ ਆ ਸ੍ਰੀ ਸਾਹਿਬ ਨੂੰ। ਬਿਜਲੀ ਕਿਰਪਾਨ ਤੇ ਵੀ ਮਿਹਨਤ ਆਉਂਦੀ, ਫਿਰ ਆ ਸਾਰੀ ਜੋ ਇਹਦੇ ਤੇ ਮੀਨਾਕਾਰੀ ਹੋਈ ਆ, ਸਾਰੀ ਹੱਥ ਨਾਲ ਹੈਂਡ ਵਰਕਿੰਗ ਕੰਮ ਆ। ਤੇ ਇਹਦੇ ਵਿੱਚੋਂ ਲੱਕੜ ਦੇ ਵਿੱਚ ਪਹਿਲਾਂ ਖੁਦਾਈ ਕੀਤੀ ਆ, ਫਿਰ ਇਹਦੇ ਵਿੱਚ ਫਿਟਿੰਗ ਹੋਈ ਆ। ਤੇ ਕੋਈ ਇਹਦੇ ਵਿੱਚ ਹੈ ਨਹੀਂ ਗਾ ਕਿ ਮਤਲਬ ਕੁੱਲ ਮਿਲਾ ਕੇ 10 ਦਿਨ ਕਿਰਪਾਨ ਨੂੰ ਲੱਗ ਜਾਂਦੇ ਆ ਕਰਦਿਆਂ ਤਿਆਰ ਵੱਡੀ ਕਿਰਪਾਨ। ਜਿਹੜੀ ਛੋਟੀ ਨਾਰਮਲ ਕਿਰਪਾਨ ਹੁੰਦੀ ਆ, ਜਿਹੜੀ ਤੁਸੀਂ ਕਿ ਸਭ ਤੋਂ ਸਸਤੀ 700 ਰੁਪਏ ਤੋਂ ਸਟਾਰਟ ਹੋ ਜਾਂਦੀ ਆ, ਤੇ ਉਹਦੇ ਜਿਹੜੀ ਕੁੱਲ ਕਿੰਨੇ ਦਿਨਾਂ ਦੀ ਮਿਹਨਤ ਲੱਗਦੀ ਹੈ ਤੇ ਖਰਚਾ ਕਿੰਨਾ ਆਉਂਦਾ?
ਖਰਚਾ ਤੇ ਜੀ ਇਹਦੇ ਤੇ ਨਾਰਮਲ ਹੀ ਆਉਂਦਾ ਜੀ, ਜ਼ਿਆਦਾਤਰ ਤੇ ਮਿਹਨਤ ਆ ਜੀ ਇਹਦੇ ਤੇ। ਖਰਚਾ ਹੁਣ ਜੇ ਆਪਾਂ 700 ਵਾਲੀ ਕਿਰਪਾਨ ਬਣਾਉਂਦੇ ਆ ਤੇ ਇੱਕ ਕਿਰਪਾਨ ਦੇ ਵਿੱਚ 700 ਵਾਲੀ ਤੁਹਾਨੂੰ ਪਤਾ ਹੀ ਆ ਜੀ, ਇੱਕ ਜਣੇ ਦੀ ਦਿਹਾੜੀ 500 ਰੁਪਈਆ ਵੀ ਲਈ ਹੈ ਆਪਾਂ, ਤੇ ਇੱਕ ਜਣੇ ਨੇ ਇੱਕ ਕਿਰਪਾਨ ਤਿਆਰ ਕੀਤੀ ਤੇ ਇਹਦੇ 'ਚੋਂ ਤੇ ਕੁਝ ਬਚਦਾ ਹੀ ਨਹੀਂਗਾ। ਤੇ ਇਹ ਕਿਰਪਾਨਾਂ 2 3 ਜਾਂ 4 ਕਿਰਪਾਨਾਂ ਅਸੀਂ ਦਿਹਾੜੀ ਦੀਆਂ ਕੱਢ ਲੈਂਦੇ 2 3 ਜਣੇ। ਹਾਂਜੀ, ਤੇ ਇਹਦੇ ਵਿੱਚ ਤੇ ਮਿਹਨਤ ਤੇ ਆਉਂਦੀ ਆਪਣੀ, ਖਰਚਾ ਤੁਹਾਡੇ ਸਾਹਮਣੇ ਜੋ ਇਹਦੇ ਤੇ ਇਹੋ ਕੁਝ ਹੀ ਆਉਂਦਾ ਜੀ। ਤੇ ਕਿੰਨੇ ਤਰ੍ਹਾਂ ਦੀ ਜਿਹੜੀ ਟੋਟਲ ਤੁਸੀਂ ਕਿਰਪਾਨ ਤਿਆਰ ਕਰ ਲੈਂਦੇ ਹੋ, ਜਿਵੇਂ ਸਟੀਲ ਦੀ ਆ, ਤੇ ਹੋਰ ਕਿਹੜੀ ਕਿਰਪਾਨ ਤਿਆਰ ਕਰਦੇ ਹੋ ਬਾਜ ਨੂੰ ਇਲਾਵਾ? ਜਿਹੜਾ ਤੁਹਾਡੇ ਦੀ ਕੀ ਖਾਸੀਅਤ ਹੈ, ਜਿਵੇਂ ਬਾਜ ਵਾਲੀ ਇੱਕ ਤੱਕ ਤੁਸੀਂ ਆਪ ਖੁਦ ਤਿਆਰ ਕੀਤੀਆਂ, ਬਾਜ ਵਾਲੀ ਕਿਰਪਾਨਾਂ ਜਿਹੜੀ ਬਣਾਉਣੀ ਸਟਾਰਟ ਕੀਤੀ ਆ, ਹੋਰ ਕਿਹੜੀ ਕਿਰਪਾਨ ਹੈ? ਬਾਜ ਵਾਲੀ ਹੁਣ ਆਪਣੇ ਕੋਲ ਤਿਆਰ ਤੇ ਹੈ ਨਹੀਂ ਹੈ ਜੀ। ਬਾਜ ਵਾਲੀ ਆ ਜਾਂ ਸਿੰਪਲ ਕਿਰਪਾਨਾਂ ਆ, ਸ਼ੇਰ ਵਾਲੀ ਕਰ ਦਈਦੀ ਆ ਤਿਆਰ ਜੀ, ਮੋਰ ਮਗਰ ਬਣਾ ਦਈਦਾ ਬਾਜ ਦੇ, ਬਾਜ ਵੀ ਬਣਾ ਦਈਦਾ, ਮੋਰ ਤਕਰੀਬਨ ਜਿਹੋ ਜੀ ਵੀ ਕੋਈ ਸ੍ਰੀ ਸਾਹਿਬ ਕਵੇ ਆਪਾਂ ਉਹ ਜੀ ਤਿਆਰ ਕਰ ਦਈਦੀ ਹੈ ਜੀ। ਮਤਲਬ ਸਟੀਲ ਤੋਂ ਇਲਾਵਾ ਲੋਹੇ ਦੇ ਜਾਂ ਹੋਰ ਕਿਸੇ ਔਜ਼ਾਰ ਦੀ ਵੀ ਤਿਆਰ ਕਰਦੇ? ਸਰਬ ਲੋਹੇ ਦੀ ਕਿਰਪਾਨ ਤਿਆਰ ਹੋ ਜਾਂਦੀ ਹੈ, ਜਿੱਦਾਂ ਸਰਬ ਲੋਹੇ ਦੀ ਆ, ਸਟੀਲ ਦੀ ਆ ਜੀ। ਇੱਕ ਮੈਗਨੇਟ ਲੋਹਾ ਆਉਂਦਾ ਜੀ, ਉਹਦੀ ਵੀ ਕਿਰਪਾਨ ਤਿਆਰ ਹੁੰਦੀ, ਉਹਨੂੰ ਚਮਕ ਲੱਗਦਾ ਆ, ਜੰਗਾਲ ਨਹੀਂ ਪੈਂਦਾ ਜੀ, ਤੇ ਸਾਫ਼ ਰਹਿੰਦੀ ਆ ਕਿਰਪਾਨ। 3 ਲੋਹੇ ਦੀਆਂ 3 ਤਰ੍ਹਾਂ ਦੇ ਲੋਹੇ ਦੀ ਆਪਾਂ ਕਿਰਪਾਨ ਤਿਆਰ ਕਰਦੇ ਹਾਂ, ਤੇ ਜਿਹੜਾ ਕਵਰ ਆ ਉਹ ਸਟੀਲ ਦਾ ਤੇ ਜਾਂ ਪਿੱਤਲ ਦਾ ਹੀ ਕਰੀਦਾ। ਤੇ ਤੁਹਾਡੇ ਨਾਲ ਹੋਰ ਕਿੰਨੇ ਜਾਣੇ ਆ ਜਿਹੜੇ ਤੁਸੀਂ ਇਹ ਕੰਮ ਕਰ ਰਹੇ ਹੋ, ਤੇ ਕਿੰਨੇ ਚਿਰ ਤੋਂ? ਪਹਿਲਾਂ ਤੁਹਾਡੇ ਫਾਦਰ ਸਾਹਿਬ ਕਰਦੇ ਸੀ, ਤੇ ਫਾਦਰ ਸਾਹਿਬ ਦੇ ਨਾਲ ਕੌਣ ਕੰਮ ਕਰਦਾ ਰਿਹਾ, ਤੇ ਹੁਣ ਤੁਹਾਡੇ ਨਾਲ ਕੌਣ ਵਰਕ ਕਰ ਰਿਹਾ ਹੈ? ਮੇਰੇ ਨਾਲ ਜੀ ਚਾਚਾ ਜੀ ਦਾ ਲੜਕਾ, ਇੱਕ ਮਾਸੀ ਜੀ ਦਾ, ਤੇ ਇੱਕ ਵੱਡੇ ਭਰਾ ਮੇਰ ਸੋਹਣੀ, ਉਹ ਕੰਮ ਕਰਦੇ ਆ। ਅਸੀਂ 4 ਜਾਣੇ ਕੰਮ ਕਰਦੇ ਆ। ਤੇ ਪਿਤਾ ਜੀ ਪਹਿਲੋਂ ਕੰਮ ਕਰਦੇ ਸੀਗੇ, ਹੁਣ ਬਹੁਤ ਘੱਟ ਕੰਮ ਕਰਦੇ ਆ। ਤਕਰੀਬਨ ਪਿਤਾ ਜੀ ਨੂੰ ਤਾਂ 20 ਸਾਲ ਹੋ ਗਏ ਆ ਕੰਮ ਕਰਦਿਆਂ ਨੂੰ। ਤੇ ਸਾਨੂੰ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ 16 17 ਸਾਲ ਸਾਨੂੰ ਕੰਮ ਕਰਦੇ ਹੋ ਗਏ ਦੋਵਾਂ ਭਰਾਵਾਂ ਨੂੰ। ਜਿਹੜੇ ਨਾਲ ਮੁੰਡੇ ਕੰਮ ਕਰਦੇ ਆ ਉਹਨਾਂ ਨੂੰ ਵੀ 5 10 ਸਾਲ ਉਹਨਾਂ ਨੂੰ ਵੀ ਹੋ ਗਏ ਆ ਕੰਮ ਕਰਦਿਆਂ ਨੂੰ ਨਾਲ। ਕੋਈ ਨਵਾਂ ਬੰਦੇ ਨੂੰ ਨਾ ਤਾਂ ਜੀ ਕੰਮ ਆਉਂਦਾ ਛੇਤੀ ਏ, ਤੇ ਸਾਡੇ ਆਪਣੇ ਹੀ ਬੰਦੇ ਜਿਹੜੇ ਕੰਮ ਕਰਦੇ ਆ, ਕੋਈ ਬਾਹਰੋਂ ਕਿਸੇ ਨੂੰ ਨਾ ਤੇ ਇਹ ਕੰਮ ਦੇ ਵਿੱਚ ਕੋਈ ਨੌਲੇਜ ਰੱਖਦਾ ਜੀ। ਮਿਹਨਤ ਬਹੁਤ ਜ਼ਿਆਦੀ ਆ, ਟਾਈਮ ਲੱਗਦਾ ਸਿੱਖਣ ਲੱਗਿਆ। ਜਿਹੜਾ ਵੀ ਕੋਈ ਆਉਂਦਾ ਕਹਿੰਦਾ ਕਿ ਮੈਂ ਦਵਾ ਕਾਰੀਗਰ ਬਣ ਜਾ, ਸਿੱਧਾ ਹੀ ਮਿੰਟੋ ਮਿੰਟੀ ਸਭ ਕੁਝ ਕਰ ਲਾਂ, ਪਰ ਇਹ ਐਡੀ ਛੇਤੀ ਵੱਸ ਦੀ ਗੱਲ ਨਹੀਂ ਆ, ਤੇ ਕੋਈ ਟਾਈਮ ਦੇ ਕੇ ਖੁਸ਼ ਨਹੀਂ ਇਹਨੂੰ। ਤੇ ਅਸੀਂ 4 ਕੁ ਜਣੇ ਕੰਮ ਕਰਦੇ ਆ, ਤੇ ਜਾਂ ਤਾਇਆ ਜੀ ਦੇ ਲੜਕੇ ਉਹ ਵੱਖਰੇ ਕੰਮ ਕਰਦੇ। ਇੱਕ ਅਸੀਂ ਤਕਰੀਬਨ 3 ਘਰ ਬਣਾਉਣੇ ਆ ਕਿਰਪਾਨਾਂ, 2 ਭਰਾ ਸੀ ਆ, ਇੱਕ ਤਾਇਆ ਜੀ ਦਾ ਲੜਕਾ, ਇੱਕ ਚਾਚਾ ਜੀ ਦਾ ਹੋਰ ਆ। ਅਸੀਂ 3 ਘਰ ਸਭਰਾਵੇਂ ਪਿੰਡ ਕਿਰਪਾਨਾਂ ਦਾ ਕਰਦੇ ਕੰਮ ਜੀ। ਹੁਣ ਤੁਹਾਡੇ ਨਾਲ ਨਹੀਂ ਕਦੀ ਇਦਾਂ ਹੋਇਆ ਕਿ ਜੇ ਤੁਸੀਂ ਕਿਰਪਾਨ ਪਹਿਲਾਂ ਬਣਾਉਂਦਾ ਹੋਵੇ, ਕੋਈ ਮੁੰਡਾ ਤੁਹਾਡੇ ਤੋਂ ਜਾ ਸਿੱਖਦਾ ਹੋਵੇ, ਮੁੜ ਕੇ ਉਹਨੇ ਹੀ ਜਾ ਕੇ ਆਪਣਾ ਕੰਮ ਸਟਾਰਟ ਕਰ ਲਿਆ ਹੋਵੇ ਕਿਰਪਾਨ? ਹਾਂਜੀ, ਤਾਇਆ ਜੀ ਦਾ ਲੜਕਾ ਕਰਦਾ ਸੀਗਾ ਪਹਿਲੋਂ ਕੰਮ, ਪਿਤਾ ਜੀ ਨਾਲ ਕਰਦੇ ਸੀ ਪਹਿਲੋਂ ਕੰਮ। ਉਹਨਾਂ ਨੇ 2 ਭਰਾ ਸੀਗੇ, ਉਹ ਵੀ ਕੰਮ ਕਰਦੇ ਸੀ ਨਾਲ, ਉਹਨਾਂ ਨੇ ਵੀ ਆਪਦਾ ਕੰਮ ਕੀਤਾ ਵੱਖਰਾ। ਇੱਕ ਚਾਚਾ ਜੀ ਦਾ ਲੜਕਾ, ਚਾਚਾ ਕਰਤਾਰ ਸਿੰਘ ਹੁੰਦਾ ਸੀਗਾ, ਇੱਕ ਉਹ ਚਲੇ ਗਿਆ ਮਹਿਤਾ ਸਾਹਿਬ ਟਕਸਾਲ ਦੇ ਵਿੱਚ, ਉੱਥੋਂ ਉਹਨੇ ਸਿੱਖਿਆ ਕੰਮ, ਤੇ ਉਹ ਵੀ ਆਪਦਾ ਘਰੇ ਆਣ ਕੇ ਕੰਮ ਕਰਦਾ ਜੀ। ਅਸੀਂ ਤੁਹਾਨੂੰ ਦੱਸ ਰਹੇ ਕਿ 3 ਘਰ ਅਸੀਂ ਕੰਮ ਕਰਦੇ ਹਾਂ ਕਿਰਪਾਨਾਂ ਦਾ ਜੀ ਇੱਥੇ। ਤੇ ਤੁਹਾਡੇ ਕਿਰਪਾਨ ਦੇ ਵਿੱਚ ਖਾਸੀਅਤ ਇੱਕ ਇਹ ਆ ਕਿ ਹਾਂਜੀ ਮੰਨ ਲਓ ਇੱਕ ਅੰਮ੍ਰਿਤਸਰ ਦੇ ਵਿੱਚ ਵੀ ਤੁਹਾਡੀਆਂ ਕਿਰਪਾਨਾਂ ਕੀ ਆ ਨਾਂ ਲੈ ਕੇ ਜਾਂ ਬਾਹਰ ਦੁਕਾਨਾਂ ਵਾਲੇ ਕਿਰਪਾਨਾਂ ਵੇਚਦੇ ਆ, ਤੇ ਤੁਹਾਡੇ ਕਿਰਪਾਨ ਦੇ ਵਿੱਚ ਕੀ ਪਹਿਚਾਣ ਆ ਕਿ ਜੇ ਅਗਲੇ ਬੰਦੇ ਨੇ ਖਰੀਦਣੀ ਹੋਵੇ ਕਿ ਸਭਰਾਵਾਂ ਦੀ ਕਿਰਪਾਨ ਆ ਜਾਂ ਕਿਤੇ ਹੋਰ ਦੀ ਕਿਰਪਾਨ ਬਣੀ ਹੋਏ, ਇਹਦੇ ਵਿੱਚ ਪਛਾਣ ਕਿਵੇਂ ਆਊਗੀ? ਪਹਿਲੀ ਗੱਲ ਤੇ ਜੀ ਸਭਰਾਵਾਂ ਦੀ ਕਿਰਪਾਨ ਤੁਹਾਨੂੰ ਦੁਕਾਨ ਤੇ ਬਹੁਤ ਘੱਟ ਮਿਲੂਗੀ। ਜਿੰਨੇ ਵੀ ਖੜਦੇ ਆ ਜੀ ਇੱਥੋਂ ਸਿੱਧੇ ਹੀ ਮਹਾਰਾਜ ਦੀ ਕਿਰਪਾ ਨਾਲ ਆਉਂਦੇ ਆ ਸਿੰਘ, ਸਾਰਿਆਂ ਨੂੰ ਹੀ ਪਤਾ ਆ, ਆਉਂਦੇ ਆ ਲੈ ਜਾਂਦੇ ਇੱਥੋਂ ਕਿਰਪਾਨਾਂ, ਤੇ ਕੁਝ ਜਾਂਦੀਆਂ ਵੀ ਆ। ਬਾਕੀ ਜ਼ਿਆਦਾਤਰ ਕਈ ਸਿੰਘ ਕਹਿੰਦੇ ਆ ਜਦੋਂ ਆਉਂਦੇ ਸਾਡੇ ਕੋਲ ਕਿ ਜੀ ਅਸੀਂ ਗਏ ਅੰਮ੍ਰਿਤਸਰ ਦੁਕਾਨ ਤੇ ਉਹਨਾਂ ਨੂੰ ਪੁੱਛਿਆ ਕਿ ਸਭਰਾਵਾਂ ਦੀ ਕਿਰਪਾਨ ਦਿਓ, ਤੇ ਉਹ ਕਹਿਣਗੇ ਸਾਨੂੰ ਆਹੀ ਸਭਰਾਵਾਂ ਦੀ ਕਿਰਪਾਨ ਆ। ਤੇ ਪਰ ਤੁਹਾਡੀ ਕਿਰਪਾਨ ਦੀ ਸਾਡੇ ਕੋਲ ਜਦੋਂ ਕੋਈ ਕਿਰਪਾਨ ਲੈ ਜਾਂਦਾ ਹੋਵੇ ਨਾ, ਕੋਈ ਆਉਂਦਾ ਵਾ ਗਾਹਕ ਸਾਡੇ ਕੋਲ ਕਿਰਪਾਨ ਖੜਦਾ, ਤੇ ਉਹਦੇ ਜਦੋਂ ਸ੍ਰੀ ਸਾਹਿਬ ਕਿਤੇ ਵੀ ਲੈਣ ਜਾਵੇ ਤੁਸੀਂ ਕਹਿੰਦੇ ਨਾ ਪਹਿਚਾਣ ਦੀ ਗੱਲ ਆ ਕਿ ਤੁਹਾਡੀ ਕਿਰਪਾਨ ਦੀ ਪਹਿਚਾਣ ਕੀ। ਇੱਕ ਵਾਰ ਜਦੋਂ ਸਾਡੇ ਤੋਂ ਕੋਈ ਸ੍ਰੀ ਸਾਹਿਬ ਲੈ ਗਿਆ ਕੋਈ ਗਾਹਕ, ਉਹਦੇ ਅੱਗੇ ਭਾਵੇਂ ਕਿਸੇ 100 ਮਿਸਤਰੀ ਦੀ ਕਿਰਪਾਨ ਬਣੀ ਰੱਖ ਦਿਓ, ਉਹ ਸਾਡੀ ਕਿਰਪਾਨ ਵੱਖਰੀ ਪਹਿਚਾਣ ਕਰਕੇ ਕੱਢ ਦੂਗਾ ਕਿ ਇਹ ਸਭਰਾਵਾਂ ਵਾਲਿਆਂ ਦੀ ਬਣੀ, ਜਿਨ੍ਹਾਂ ਤੇ ਸਾਡੀ ਕਿਰਪਾਨ ਖਰੀਦੀ ਆ, ਜਿਨ੍ਹਾਂ ਨੇ ਵੇਖੀ ਆ ਕਿਰਪਾਨ ਜੀ, ਉਹ ਤਾਂ ਸਾਡੀ ਕਿਰਪਾਨ 100 ਕਿਰਪਾਨ ਦੇ ਵਿੱਚੋਂ ਕੱਢ ਕੇ ਵੀ ਰੱਖ ਦੂਗਾ ਕਿ ਸਭਰਾਵਾਂ ਦੀ ਬਣੀ ਕਿਰਪਾਨ ਹੈ ਜੀ। ਤੇ ਫਿਰ ਕਹਿਣਗੇ ਜੀ ਇਹ ਸਭਰਾਵਾਂ ਦੀ ਬਣੀ ਨਹੀਂ ਆ ਕਿਰਪਾਨ, ਸਾਨੂੰ ਸਭਰਾਵਾਂ ਦੀ ਬਣੀ ਦਿਓ। ਸਾਡੇ ਨਾਂ 'ਤੇ ਹੀ ਕਿ ਬਹੁਤ ਜ਼ਿਆਦੀਆਂ ਕਿਰਪਾਨਾਂ ਵਿਕੀ ਜਾਂਦੀਆਂ ਆ, ਕਿ ਸਾਡੀ ਕਿਰਪਾਨ ਉੱਥੇ ਬਣੀ ਬਹੁਤ ਘੱਟ ਜਾਂਦੀ ਆ। ਪਹਿਲੋਂ ਜਾਂਦੀਆਂ ਸੀਗੀਆਂ ਜੀ, ਮਿਹਨਤ ਜ਼ਿਆਦਾ ਆਉਂਦੀ ਆ, ਹੁਣ ਮਸ਼ੀਨਾਂ ਨਾਲ ਕਿਰਪਾਨਾਂ ਬਣਾਉਣ ਲੱਗ ਪਏ ਆ,
ਜਿਹੜੀ ਆ 700 ਰੁਪਏ ਦੀ ਅਸੀਂ ਕਿਰਪਾਨ ਦਿੰਨੇ, ਇਹਦੇ ਨਾਲ ਦੀਆਂ ਕਿਰਪਾਨਾਂ ਬਹੁਤ ਬਣ ਲੱਗ ਪਈਆਂ ਆ। ਪਹਿਲੋਂ ਤੇ ਬਹੁਤ ਕਿਰਪਾਨ ਦਿੱਤੀ, ਹੁਣ ਸਾਨੂੰ ਇਹਦਾ ਰੇਟ ਨਹੀਂ ਭਰਦੇ। ਸਾਨੂੰ ਇਹਦੇ ਵਿੱਚ 500 ਰੁਪਈਆ ਦਿਹਾੜੀ ਇੱਕ ਜਣੇ ਦੀ ਦਿਹਾੜੀ ਪੈਂਦੀ ਆ ਜੀ, ਤੇ 4-5 ਜਣੇ ਅਸੀਂ ਕੰਮ ਕਰਦੇ ਆ, 5 ਜਣੇ, ਤੇ ਤੁਸੀਂ ਲਾ ਲਓ ਹਿਸਾਬ ਜੇ ਅਸੀਂ 10 ਕਿਰਪਾਨਾਂ ਵੀ ਬਣਾਈਆਂ ਤੇ ਇਹਦੇ 'ਚੋਂ ਸਾਨੂੰ ਕੀ ਬਚਿਆ ਜੇ ਉਹ ਕੀ ਨਾਲ ਦਾ ਸਾਨੂੰ 700 ਰੁਪਈਆ ਵੀ ਦੇਣ। ਤੇ ਉਹ ਕਹਿੰਦੇ ਕਿ ਅਸੀਂ ਕਿਰਪਾਨਾਂ ਉੱਥੋਂ ਮਾਰਕੀਟ ਦੇ ਵਿੱਚ ਮਸ਼ੀਨ ਵਾਲੀਆਂ ਆ ਗਈਆਂ, ਕੋਈ 350 ਦੀ ਦੇਈ ਜਾਂਦਾ, ਕੋਈ 500 ਦੀ ਦੇਈ ਜਾਂਦਾ ਆ, ਪਰ ਅਸੀਂ ਉੱਥੇ ਕਿਰਪਾਨਾਂ ਦੇਣੀਆਂ ਬੰਦ ਕੀਤੀਆਂ ਆ। ਅੰਮ੍ਰਿਤਸਰ ਕਿਰਪਾਨ ਅਸੀਂ ਦਿੰਦੇ ਨਹੀਂ ਕਿਤੇ ਜੀ। ਹੁਣ ਤੇ ਅਸੀਂ ਘਰੇ ਇੱਥੇ ਹੀ ਕਿਰਪਾਨ ਦਿੰਦੇ ਆ ਜੀ। ਫਿਰ ਵੀ ਜੇ ਮੰਨ ਲਓ ਹੁਣ ਮਸ਼ੀਨ ਵਾਲੀਆਂ ਕਿਰਪਾਨਾਂ ਤੁਹਾਡੇ ਨਾਂ ਲੈ ਕੇ ਵੇਚ ਰਿਹਾ ਕਿਸੇ ਸਭਰਾਵਾਂ ਦੀ ਕਿਰਪਾਨ, ਤੇ ਸਭਰਾਵਾਂ ਦੀ ਕਿਰਪਾਨ ਤੇ ਮਸ਼ੀਨ ਵਾਲੀ ਕਿਰਪਾਨ ਦੇ ਵਿੱਚ ਕੀ ਹੈ, ਜਿਹੜਾ ਅੰਤਰ ਕੀ ਹੈ? ਇਹ ਜੀ ਗਾਹਕ ਦੱਸਦੇ ਆਣ ਕੇ। ਸਾਡੀ ਕਿਰਪਾਨ ਦਾ ਅੰਤਰ ਇਹ ਹੈ ਕਿ ਸਾਡੀ ਕਿਰਪਾਨ ਜਿਹੜੀ ਬਣੀ ਹੋਈ ਜਿੱਦਾਂ ਦੀ ਤੁਹਾਨੂੰ ਲੈ ਕੇ ਜਾਓਗੇ ਇੱਦਾਂ ਦੀ, ਕੋਈ ਇਹਦੇ ਵਿੱਚ ਇਹ ਨਹੀਂ ਗਾ ਜੀ ਕਿ ਕਿਰਪਾਨ ਦਾ ਖੰਡਾ ਤੀਰ ਆ, ਕੋਈ ਪੱਤਰੀ ਆ, ਕੋਈ ਕੁਛ ਵੀ ਆ ਕਿ ਹੱਥ ਆਪਣੇ ਨੂੰ ਲੱਗੂਗੀ। ਇੰਨੀ ਸਮੂਥ, ਇੰਨੀ ਮੁਲਾਇਮ ਕਿਰਪਾਨ ਹੋ, ਕਿਸੇ ਬੰਨੇ ਵੀ ਹੱਥ ਮਾਰੋਗੇ ਸ੍ਰੀ ਸਾਹਿਬ ਨੂੰ ਤੁਸੀਂ ਕਿਰਪਾਨ ਨੂੰ, ਕਿਤੇ ਤੁਹਾਡੀ ਕਿਰਪਾਨ ਹੱਥ ਨੂੰ ਲੱਗੂ ਨਾ। ਤੇ ਜਿਹੜੀਆਂ ਮਸ਼ੀਨੀ ਕਿਰਪਾਨਾਂ ਤਿਆਰ ਹੁੰਦੀਆਂ ਆ ਉਹ ਵੱਖਰੀਆਂ, ਕਿਸੇ ਦੀ ਇੱਥੋਂ ਕੇਲ ਉਖੜ ਜਾਂਦਾ ਜੀ, ਹੱਥ 'ਤੇ ਵੱਜਦੀ ਆ, ਕੋਈ ਸਮਾਂ ਪਾ ਕੇ ਉਹ ਕਿਰਪਾਨ ਖਰਾਬ ਹੋ ਜਾਂਦੀ ਹੈ। ਇਹ ਸ੍ਰੀ ਸਾਹਿਬ ਜਿਹੜੀ ਕਿਰਪਾਨ ਟਕਸਾਲੀ ਆਪਣੀ, ਇਹ ਇੱਦਾਂ ਦੀ ਇੱਦਾਂ ਹੀ ਰਹਿੰਦੀ ਹੈ ਜੀ ਕਿਰਪਾਨ। ਹਾਂਜੀ, ਪਾਣੀ ਦੇ ਵਿੱਚ ਕਿਰਪਾਨ ਰਵੇ ਫਿਰ ਭਾਵੇਂ ਖਰਾਬ ਹੋ ਜੇ, ਨਹੀਂ ਤੇ ਤਕਰੀਬਨ ਕਿਰਪਾਨ ਦੀ ਸਾਂਭ ਰਵੇ ਇੱਦਾਂ ਹੀ ਰਹਿੰਦੀ ਹੈ। ਤੇ ਮਸ਼ੀਨੀ ਕਿਰਪਾਨ ਦਾ ਤੇ ਇਹ ਕਿਰਪਾਨ ਦਾ ਹੀ ਅੰਤਰ ਹੈ ਕਿ ਉਹਨਾਂ ਦੀਆਂ ਆਹ ਚੀਜ਼ਾਂ ਵੱਜਣ ਲੱਗ ਜਾਂਦੀਆਂ ਵਾ, ਕਿਰਪਾਨਾਂ ਢਿੱਲੀਆਂ ਹੋ ਜਾਂਦੀਆਂ ਵਾ, ਕਿਰਪਾਨ ਉਖੜਨੀ ਸ਼ੁਰੂ ਹੋ ਜਾਂਦੀ ਹੈ। ਆਪਣੀ ਇਹ ਚੀਜ਼ ਤੁਸੀਂ ਦੋਨੇ ਭਰਾ ਕੰਮ ਕਰਦੇ ਹੋ, ਦੋਨਾਂ 'ਚੋਂ ਤੁਸੀਂ ਜਿਹੜਾ ਸਭ ਤੋਂ ਵੱਧ ਵਰਕ ਕਾਹਦੇ ਤੇ ਕਰਦੇ ਹੋ? ਜਿਹੜਾ ਤੁਹਾਡਾ ਬ੍ਰਦਰ ਉਹ ਵਰਕ ਕਿਤੇ ਕਰਦਾ? ਤਕਰੀਬਨ ਆਲ ਓਵਰ ਸਾਰਾ ਵਰਕ ਅਸੀਂ ਕਰਦੇ ਹਾਂ ਜੀ ਸ੍ਰੀ ਸਾਹਿਬ ਤੇ, ਸਾਰੀ ਕਿਰਪਾਨ ਦਾ ਹੀ ਕਰਦੇ ਹਾਂ ਜੀ। ਮਤਲਬ ਫਿਰ ਵੀ ਹੁੰਦਾ ਨਾ ਕੰਮ ਵੰਡਿਆ ਹੁੰਦਾ ਕਿ ਮੈਂ ਜਿਹੜਾ ਲੱਕੜ ਦੀ ਮੈਣ ਬਣਾਉਂਗਾ, ਤੁਸੀਂ ਕਿਰਪਾਨ ਵਿਚਲੀ ਉਹ ਬਣਾਓਗੇ, ਤੇ ਦੋਨਾਂ ਭਰਾਵਾਂ ਦੇ ਵਿੱਚ ਕਿਵੇਂ ਕੰਮ ਕਰਨਾ? ਹਾਂਜੀ, ਇਹ ਤੇ ਗੱਲ ਹੈ ਜੀ ਕਿ ਸ੍ਰੀ ਸਾਹਿਬ ਦਾ ਜਿੱਦਾਂ ਵਿਚਲੀ ਕਿਰਪਾਨ ਬਾਜ ਵਾਲੀ ਤਿਆਰ ਕਰਨੀ ਮੈਂ ਕਰ ਲਈ, ਜਿੱਦਾਂ ਲੱਕੜ ਦਾ ਮਿਆਨ ਤਿਆਰ ਕਰਨਾ ਉਹ ਵੱਡੇ ਵੀਰ ਜੀ ਹੋਣਾ ਕਰ ਲਿਆ, ਨਾਲ ਮੁੰਡੇ ਕੰਮ ਕਰਦੇ ਉਹਨਾਂ ਨੇ ਵਿਚਲੀ ਜਿਹੜੀ ਮੀਨਾਕਾਰੀ ਇਹਦੇ ਤੇ ਕੱਪ ਕਰਦੇ ਆ, ਨਾਲ ਉਹਨਾਂ ਨੇ ਉਹ ਕਰ ਲਈ। ਤੇ ਜੇ ਪੱਠੀ ਤੇ ਕੰਮ ਕਰਨਾ ਵਿਚਲੀ ਕਿਰਪਾਨ ਦਾ ਉਹ ਮੈਂ ਕਰ ਲਿਆ। ਕੰਮ ਤਕਰੀਬਨ ਵੰਡੇ ਹੁੰਦੇ ਸਾਰੇ ਕਿ ਆਹ ਕੰਮ ਕਰਨੇ ਆ ਜੀ। ਮਤਲਬ ਤੁਸੀਂ ਜਿਹੜੀ ਵਿਚਲੀ ਮੈਣ ਤਿਆਰ ਕਰਨੀ ਹੋਗੀ, ਜਿਹੜੀ ਬਾਹਰਲੀ ਮੀਨਾਕਾਰੀ ਆ ਜਾਂ ਲੱਕੜ ਦੀ ਮੈਣ ਤਿਆਰ ਕਰਨੀ ਉਹ ਤੁਹਾਡੇ ਬ੍ਰਦਰ ਕਰਦੇ ਆ? ਹਾਂਜੀ, ਇਹ ਕਰਦੇ ਆ, ਨਾਲ ਜਿਹੜੇ ਆਪਣੇ ਕਰਦੇ ਆ ਵੀਰ ਨਿੱਕੇ ਕੰਮ ਉਹ ਵੀ ਕਰਦੇ ਆ, ਤੇ ਭਰਾ ਹੀ ਆ ਆਪਣੇ ਛੋਟੇ ਕੰਮ ਕਰਦੇ ਜਿਹੜੇ ਨਾਲ, ਆਪਣਾ ਬਾਹਰੋਂ ਕੋਈ ਕੰਮ ਨਹੀਂ ਆਪਾਂ ਕਰਵਾਉਂਦੇ। ਹੁਣ ਸਾਡੇ ਨਾਲ ਮੌਜੂਦ ਨੇ ਜਿਹੜੇ ਮੇਹਰ ਸਿੰਘ, ਤੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹ ਜਿਹੜੀ ਕਢਾਈ ਕਰਦੇ ਆ ਇਨ 'ਤੇ ਜਿਹੜਾ ਵਕਤ ਕਿੰਨਾ ਲੱਗਦਾ ਵਾ, ਤੇ ਕਿੰਨੇ ਟਾਈਮ ਤੋਂ ਜਿਹੜੀ ਇਹਨਾਂ ਕਢਾਈ ਜਿਹੜੀ ਉਸ ਤੋਂ ਪਹਿਲਾਂ ਤਾਂ ਇਹ ਨੋਰਮਲ ਕਢਾਈ ਕਰਦੇ ਸੀ, ਤੇ ਹੁਣ ਜਿਹੜੀ ਕਢਾਈ ਇਹ ਜਿਹੜੀ ਆ ਬਰੀਕੀ ਲਈ ਕਢਾਈ ਜਿਹਨੂੰ ਕਹਿ ਦਿੰਦੇ ਆ, ਤਿੰਨਾਂ ਲਾਈਨਾਂ ਵਾਲੀ, ਖੰਡਿਆਂ ਵਾਲੀ, ਕਿਰਪਾਨਾਂ ਵਾਲੀ ਕਢਾਈ ਕਰਦੇ ਨੇ। ਪੁੱਛਦੇ ਆ ਕਿ ਇਹ ਕਿੰਨੇ ਚਿਰ ਤੋਂ ਕੰਮ ਕਰ ਰਹੇ ਨੇ, ਤੇ ਜਿਹੜਾ ਕਿ ਇਹ ਵਰਕ ਤੇ ਮਿਹਨਤ ਕਿੰਨੀ ਲੱਗਦੀ ਆ। ਵੀਰ ਜੀ ਤੁਹਾਡਾ ਹਮਦਰਦ ਟੀਵੀ 'ਤੇ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਵੀਰ ਜੀ, ਧੰਨਵਾਦ ਸਮੂਹ ਸਿੱਖ ਜਗਤ ਦਾ, ਜਿਨ੍ਹਾਂ ਨੇ ਸਾਡੀਆਂ ਕਿਰਪਾਨਾਂ ਨੂੰ ਪ੍ਰੇਮ ਪਿਆਰ ਦਿੱਤਾ ਤੇ ਜਿਨ੍ਹਾਂ ਦਾ ਸਦਕਾ ਅੱਜ ਤੁਸੀਂ ਸਾਡੇ ਕੋਲ ਆਏ। ਇਹ ਸ੍ਰੀ ਸਾਹਿਬ ਵੀਰ ਜੀ ਆਮ ਇੱਕ ਨੋਰਮਲ ਕਢਾਈ ਦਾ ਵਾ। ਇਹ ਸ੍ਰੀ ਸਾਹਿਬ ਤੇ ਟਾਈਮ ਤਕਰੀਬਨ ਇੱਕ ਦਿਨ 'ਚ ਇੱਕ ਸ੍ਰੀ ਸਾਹਿਬ ਤਿਆਰ ਹੋ ਜਾਂਦਾ ਹੈ। ਤੇ ਜਿਹੜਾ ਦੂਜਾ ਸ੍ਰੀ ਸਾਹਿਬ ਆ ਜਿਵੇਂ ਤੁਸੀਂ ਕਹਿੰਦੇ ਕਿ ਤਿੰਨਾਂ ਲਾਈਨਾਂ ਵਾਲਾ, ਖੰਡਿਆਂ ਵਾਲਾ, ਹਨਾ, ਬਰੀਕੀ ਕਢਾਈ ਵਾਲਾ, ਉਹ 'ਤੇ ਕਿੰਨਾ ਸਮਾਂ ਲੱਗਦਾ ਕਢਾਈ? ਉਹ ਵੀਰ ਜੀ ਕਢਾਈ ਦੇ ਹਿਸਾਬ ਨਾਲ ਵਾ, ਜਿਵੇਂ ਆ ਪਿੱਤਲ ਦਾ ਸ੍ਰੀ ਸਾਹਿਬ ਤੁਹਾਡੇ ਕੋਲ ਪਿਆ ਵਾ, ਇਹਦੇ ਵਿੱਚ ਲੱਗੇ ਆ ਵੀਰ ਜੀ ਤੀਰ ਖੰਡੇ 1 2 3 4 5, ਇਹਦੇ ਵਿੱਚ 5 ਖੰਡੇ ਤੀਰ ਲੱਗੇ ਆ ਜੀ। ਇਸ ਮਿਆਨ ਨੂੰ ਤਿਆਰ ਕਰਨ ਤੇ ਤਕਰੀਬਨ ਇੱਕ ਕਾਰੀਗਰ ਜਿਹੜਾ ਵਾ ਉਹਦੇ 3 ਦਿਨ ਲੱਗ ਜਾਂਦੇ ਆ, ਕਿਉਂਕਿ ਸਾਰਾ ਹੱਥ ਦੇ ਨਾਲ ਹੀ ਵਰਕ ਹੁੰਦਾ ਵਾ, ਕੰਮ ਹੱਥ ਦੇ ਨਾਲ ਹੁੰਦਾ ਸਾਰਾ। ਤੇ ਤੁਸੀਂ ਫਾਦਰ ਸਾਹਿਬ ਤੋਂ ਬਾਅਦ ਤੁਸੀਂ ਵੱਡੇ ਹੋ ਨਾ, ਕਿ ਤੁਸੀਂ ਜਿਹੜਾ ਤੁਹਾਡਾ ਜਿਵੇਂ ਇੱਧਰ ਕਿਵੇਂ ਆਇਆ ਕਿ ਤੁਸੀਂ ਫਾਦਰ ਸਾਹਿਬ ਤੋਂ ਬਾਅਦ ਤੁਸੀਂ ਵੀ ਕਿਰਪਾਨਾਂ ਬਣਾਓ, ਉਹਨਾਂ ਦੇ ਨਾਲ ਸਹਿਯੋਗ ਦਿਓ? ਇਹ ਵੀਰ ਜੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਕੂਲ ਜਾਂਦੇ ਹਾਂ, ਤੇ ਉਦੋਂ ਬਾਅਦ ਸਕੂਲੋਂ ਆਣ ਕੇ ਅਸੀਂ ਬਹਿ ਜਾਣਾ ਬਾਪੂ ਜੀ ਹੋਣਾ ਦੇ ਕੋਲ, ਥੋੜ੍ਹਾ ਥੋੜ੍ਹਾ ਕੰਮ ਕਰਨਾ ਨਾਲ, ਤੇ ਕੰਮ ਕਰਦਿਆਂ ਕਰਦਿਆਂ ਪਤਾ ਨਹੀਂ ਲੱਗਾ ਕਿਹੜੇ ਵੇਲੇ ਸਾਨੂੰ ਜਾਚ ਆ ਗਈ, ਸਾਨੂੰ ਸਿੱਖਣਾ ਨਹੀਂ ਪਿਆ ਇਹ ਸਾਨੂੰ ਕੰਮ ਕਰਦਿਆਂ ਕਰਦਿਆਂ ਕੰਮ ਆ ਗਿਆ। ਤੇ ਜਿਹੜਾ ਤੁਹਾਡਾ ਪਿਛੋਕੜ ਫਾਦਰ ਸਾਹਿਬ, ਤੇ ਉਸ ਸਮੇਂ ਜਿਹੜੇ ਹਾਲਾਤ ਤੇ ਇਸ ਸਮੇਂ ਹਾਲਾਤ ਆ, ਉਹ ਕੀ ਅੰਤਰ ਹੈ? ਉਸ ਸਮੇਂ ਵੀਰ ਜੀ
ਪਹਿਲਾਂ ਤਾਂ ਸਾਡੇ ਬਾਪੂ ਜੀ ਬਣਾਉਂਦੇ ਹੁੰਦੇ ਸੀ ਸਭਰਾਵਾਂ ਦੇ ਵਿੱਚ, ਮੱਝਾਂ ਦੇ ਗਲਾਂ ਦੇ ਵਿੱਚ ਟੱਲੀਆਂ ਪੈਂਦੀਆਂ ਸੀ, ਜੰਗ ਜਿਨ੍ਹਾਂ ਨੂੰ ਕਹਿੰਦੇ ਆਪਾਂ, ਬਹੁਤ ਮਸ਼ਹੂਰ ਜੰਗ ਸੀ ਸਭਰਾਵਾਂ ਦੇ, ਉਹ ਤਿਆਰ ਕਰਦੇ ਸੀ ਸਾਡੇ ਬਜ਼ੁਰਗ। ਉਸ ਤੋਂ ਬਾਅਦ ਉਹਨਾਂ ਨੇ ਲਾ ਲਿਆ ਆਰਾ, ਤੇ ਆਰੇ ਦਾ ਕੰਮ ਸ਼ੁਰੂ ਕਰ ਲਿਆ, ਤੇ ਬਾਪੂ ਜੀ ਉਹਨਾਂ ਦੀ ਉਂਗਲ ਵੱਢੀ ਗਈ, ਕੱਟੀ ਗਈ, ਤੇ ਫਿਰ ਆਰੇ ਦਾ ਕੰਮ ਛੱਡਣਾ ਪਿਆ। ਉਸ ਤੋਂ ਬਾਅਦ ਕਿਰਪਾਨਾਂ ਦਾ ਕੰਮ ਸ਼ੁਰੂ ਕੀਤਾ। ਭਿੰਡਰਾਂ ਤੋਂ ਜਾ ਕੇ ਕਿਰਪਾਨਾਂ ਲਿਆਂਦੀਆਂ, ਖਰੀਦ ਕੇ ਵੇਖੀਆਂ, ਸਮਾਂ ਲੱਗਾ ਕਿਉਂਕਿ ਪਹਿਲਾਂ ਆਰਡਰ ਦੇ ਕੇ ਆਏ, ਫਿਰ ਲੈ ਕੇ ਆਏ। ਇਹਨਾਂ ਨੇ ਸੋਚਿਆ ਜੀ ਅਸੀਂ ਸਭਰਾਵਾਂ ਦੇ ਵਿੱਚ ਹੀ ਕਿਰਪਾਨਾਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਇਹ ਤੋਂ। ਉਸ ਦਿਨ ਤੋਂ ਫਿਰ ਕਿਰਪਾਨਾਂ ਬਣਾਉਣੀਆਂ ਸ਼ੁਰੂ ਕੀਤੀਆਂ, ਤੇ ਸਮਾਂ ਬਦਲਦਾ ਪਹਿਲੇ ਸਾਨੂੰ ਟਕਸਾਲ ਨੇ ਬਹੁਤ ਸਹਿਯੋਗ ਦਿੱਤਾ। ਟਕਸਾਲ ਨੇ ਸਾਡੀਆਂ ਕਿਰਪਾਨਾਂ ਜਿਹੜੀਆਂ ਖਰੀਦਣੀਆਂ ਸ਼ੁਰੂ ਕੀਤੀਆਂ। ਪਹਿਲਾਂ ਟਕਸਾਲ ਨੇ ਕਿਰਪਾਨਾਂ ਖਰੀਦੀਆਂ, ਉਸ ਤੋਂ ਬਾਅਦ ਹੁਣ ਪੂਰੀ ਦੁਨੀਆ ਦੇ ਵਿੱਚ, ਆਲ ਵਰਲਡ ਦੇ ਵਿੱਚ ਗੁਰੂ ਕੇ ਸਿੱਖ ਆਪਣੀਆਂ ਕਿਰਪਾਨਾਂ ਖੁਸ਼ ਹੋ ਕੇ ਖਰੀਦਦੇ ਆ, ਲੈਂਦੇ ਆ। ਬੜਾ ਮਾਣ ਸਨਮਾਨ ਸੰਗਤ ਦਿੰਦੀ ਹੈ। ਤੁਹਾਨੂੰ ਜਦੋਂ ਮਤਲਬ ਕਿਰਪਾਨਾਂ ਤੁਹਾਡੀਆਂ ਬਾਹਰ ਜਾਣ ਲੱਗ ਪਈਆਂ ਹਨਾ, ਤੇ ਤੁਹਾਡੇ ਇਲਾਕਾ ਨਿਵਾਸੀਆਂ ਦਾ ਸਹਿਯੋਗ ਜਾਂ ਤਾਂ ਹੁਣ ਤੁਹਾਡਾ ਇਲਾਕਾ ਨਿਵਾਸੀਆਂ ਦਾ ਸਹਿਯੋਗ ਕਿਵੇਂ ਆ ਕਿ ਤੁਸੀਂ ਪਿੰਡ ਦੇ ਵਿੱਚ ਕੀ ਕੰਮ ਕਰ ਰਹੇ ਹੋ? ਇਲਾਕਾ ਨਿਵਾਸੀ ਵੀਰ ਜੀ ਬਹੁਤ ਸੰਯੋਗ ਆ ਸੰਗਤ ਦਾ। ਜੇ ਕੋਈ ਵੀ ਆਵੇ ਪਿੰਡ ਦੇ ਵਿੱਚ ਬਾਹਰੋਂ ਕਿ ਅਸੀਂ ਕਿਰਪਾਨਾਂ ਵਾਲਿਆਂ ਦੇ ਘਰੇ ਜਾਣਾ ਵਾ, ਸਾਡੇ ਫਾਦਰ ਜੀ ਦਾ ਨਾਮ ਲੈਣ, ਪਿਤਾ ਜੀ ਦਾ ਸਰਦਾਰ ਗੁਰਬਚਨ ਸਿੰਘ ਜੀ, ਲੋਕ ਘਰੇ ਆਣ ਕੇ ਛੱਡ ਕੇ ਜਾਂਦੇ ਆ ਗੁਰਬਚਨ ਸਿੰਘ ਦਾ ਨਾਮ ਲੈਂਦੇ ਜਦੋਂ, ਕਿਉਂਕਿ ਸਾਡੇ ਬਜ਼ੁਰਗ ਜਿਹੜੇ ਨੇ ਲੱਤਾਂ ਬਾਹਾਂ ਦਾ ਵੀ ਕੰਮ ਕਰਦੇ ਨੇ। ਕਿਸੇ ਦੀ ਲੱਤ ਬਾਂਹ ਟੁੱਟੀ ਹੋਵੇ, ਸੇਵਾ ਵਾ ਜੀ, ਬੰਨ੍ਹਦੇ ਆ ਲੱਤਾਂ ਬਾਹਾਂ ਦਾ। ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਮਤਲਬ ਇੱਕ ਵਾਰ ਇਹ ਵੀ ਆਖਿਆ ਗਿਆ ਕਿ ਤੁਹਾਡੇ ਜਿਹੜੇ ਬਾਹਰ ਕਿਰਪਾਨਾਂ ਸੇਲ ਕਰਨੀਆਂ ਬੰਦ ਕਰ ਦਿੱਤੀਆਂ ਸੀ। ਸੇਲ ਕਰਨੀਆਂ ਬੰਦ ਵੀਰ ਜੀ ਤਾਂ ਕਰਕੇ ਕੀਤੀਆਂ ਸੀ ਕਿ ਰੇਟ ਨਹੀਂ ਭਰਦੇ ਮਾਰਕੀਟ ਦੇ ਵਿੱਚ। ਕਿਉਂਕਿ ਮੰਨ ਲਓ ਹੁਣ ਇੱਕ ਕਿਰਪਾਨ ਆ 700 ਰੁਪਏ ਦੀ ਸਿੰਗਲ ਕਿਰਪਾਨ ਦਿੰਦੇ, ਤੁਹਾਨੂੰ ਕੇਅਰ ਸੋਨੇ ਅੱਗੇ ਦੱਸਿਆ ਹੀ ਆ, ਤੇ ਮਾਰਕੀਟ ਦੇ ਵਿੱਚ ਵੀਰ ਜੀ ਕਿਰਪਾਨ ਦਾ ਰੇਟ ਉਹ ਕਹਿੰਦੇ ਆ ਵੀ 500 ਲੈ ਲਓ, 550 ਲੈ ਲਓ। ਨਹੀਂ, ਆਪਾਂ ਨੂੰ ਵਾਰਾ ਨਹੀਂ ਖਾਂਦਾ, ਕਿਉਂਕਿ ਮਿਹਨਤ ਆ, ਆਪਦੀ ਮਿਹਨਤ ਵੀ ਆਪਾਂ ਨਾ ਲਈਏ ਤੇ ਫਿਰ ਨਹੀਂ ਕੋਈ ਫਾਇਦਾ ਨਹੀਂਗਾ ਮਾਰਕੀਟ 'ਚ ਕਿਰਪਾਨਾਂ ਦੇਣ ਦਾ ਜੀ। ਬਾਕੀ ਕਾਪੀ ਬਹੁਤ ਆ ਗਈ ਉੱਥੇ, ਨਕਲ ਬਹੁਤ ਆ ਗਈ ਆ, ਕਾਪੀ ਚੱਲ ਰਹੀ ਆ। ਹੁਣ ਗੁਰੂ ਦੇ ਪਿਆਰੇ ਇੱਥੋਂ ਹੀ ਆਣ ਕੇ ਲੈ ਜਾਂਦੇ ਆਪਣੇ ਕੋਲੋਂ, ਆਪਾਂ ਨੂੰ ਜਾਣਾ ਨਹੀਂ ਪੈਂਦਾ ਕਿਤੇ। ਤੇ ਜਿਹੜਾ ਤੁਹਾਡੀ ਮਹੀਨੇ ਦੇ ਵਿੱਚ ਜਿਹੜੀ ਇਹਦੀ ਇਨਕਮ ਆ, ਜਿਹੜਾ ਉਹ ਮੁਨਾਫਾ, ਉਹ ਕਿੰਨਾ ਕੁ ਆ ਜਾਂਦਾ? ਮੁਨਾਫਾ ਵੀਰ ਜੀ ਕੰਮ ਦੇ ਹਿਸਾਬ ਨਾਲ, ਕਿਉਂਕਿ ਜੇ ਅਸੀਂ ਕੰਮ ਗੁਰੂ ਦੀ ਕਿਰਪਾ ਨਾਲ ਚੱਲਦਾ ਰਵੇ, ਆਹ ਕਿਰਪਾਨ ਜਿਹੜੀ ਆ ਇਹ ਅਸੀਂ ਕਿਰਪਾਨ ਦਿੰਦੇ ਆ 10,000 ਦੀ, ਤੇ 10,000 ਦੀਆਂ ਸਾਨੂੰ ਮਸਾਂ ਹੀ ਆਏ 3-4 ਆਰਡਰ ਆਉਂਦੇ ਹੋਣਗੇ, 30-40 ਹਜ਼ਾਰ ਰੁਪਈਆ ਆ ਜਾਂਦਾ ਉਹ 3-4 ਆਰਡਰਾਂ ਦਾ ਹੈ ਨਾ। ਤੇ ਬਾਕੀ ਕੋਈ ਸਾਡੇ ਖਰਚੇ ਲਾ ਲਓ ਵੀਰਾਂ ਦੇ, ਤੇ ਆਮ ਨਾਲ ਸਿੰਘਣਾ ਬਣਾ ਕੇ ਕੋਈ 20,000 30,000 20,000 ਇੱਥੇ ਕੁ ਬਚਤ 20,000 ਹੋ ਜਾਂਦੀ ਤਾਂ। ਤੁਹਾਡੀਆਂ ਕਿਰਪਾਨਾਂ ਇੱਕ ਐਜ਼ ਏ ਹਥਿਆਰ ਮੰਨਿਆ ਜਾਂਦਾ ਹੈ, ਤੇ ਕਦੀ ਇਹਦਾ ਹਥਿਆਰ ਦਾ ਜਾਂ ਕੋਈ ਕਿਰਪਾਨ ਦਾ ਗਲਤ ਯੂਜ਼ ਹੋਇਆ ਹੋਵੇ ਤੇ ਤੁਹਾਨੂੰ ਕਦੀ ਥਾਣੇ ਜਾਂ ਕਚਹਿਰੀ ਦਾ ਇੱਦਾਂ ਦਾ ਚੱਕਰ ਲਾਉਣਾ ਪਿਆ ਹੋਵੇ, ਕਦੀ ਇੱਦਾਂ ਦਾ ਮਸਲਾ ਆਇਆ ਤੁਹਾਡੇ? ਨਹੀਂ ਵੀਰ ਜੀ, ਇਹ ਕੋਈ ਨਹੀਂ ਆਇਆ, ਗੁਰੂ ਦੀ ਕਿਰਪਾ ਅਜੇ ਤੱਕ ਨਹੀਂ ਆ। ਤੇ ਕਦੀ ਤੁਹਾਡੇ ਨਾਲ ਇੱਦਾਂ ਮਤਲਬ ਹੋਇਆ ਹੋਵੇ ਕਿ ਸਭ ਤੋਂ ਵੱਧ ਕਿਰਪਾਨਾਂ ਜਾਂ ਕਿਸੇ ਜੰਗ ਦੇ ਵਿੱਚ ਜਾਂ ਕਿਸੇ ਲੋੜ ਪਈ ਹੋਵੇ ਦੇਸ਼ ਦੇ ਖਾਤਰ ਜਾਂ ਸਿੱਖ ਕੌਮ ਦੇ ਖਾਤਰ, ਤੇ ਕਿਰਪਾਨਾਂ ਤੁਹਾਨੂੰ ਦੇਣੀਆਂ ਪਈਆਂ ਹੋਣ? ਹਾਂਜੀ ਵੀਰ ਜੀ, ਆ ਜਦੋਂ ਪਿੱਛੇ ਜੇ ਚਾਈਨਾ ਦੇ ਨਾਲ ਹਿਲਜੁਲ ਜੀ ਹੋਈ ਸੀ, ਉਦੋਂ ਸਾਨੂੰ ਫੌਜ ਦੇ ਵਿੱਚ ਕਿਰਪਾਨਾਂ 15-20 ਪੀਸ ਅਸੀਂ ਬਣਾ ਕੇ ਸਿੰਪਲ ਘੱਲੇ ਸੀ। ਉਹਦੇ ਬਾਰੇ ਜ਼ਿਆਦਾ ਕੇਅਰ ਸੁਣ ਜਾਣਕਾਰੀ ਆ, ਮੁੜ ਕੇ ਕਿੰਨੀਆਂ ਕਿਰਪਾਨਾਂ ਦਿੱਤੀਆਂ ਉਹਨਾਂ ਨੂੰ। ਵੀਰ ਜੀ ਪਹਿਲਾਂ 15 ਕਿਰਪਾਨਾਂ ਭੇਜੀਆਂ ਸਿੰਪਲ ਵਾਸਤੇ, ਫਿਰ ਉਹਨਾਂ ਨੇ ਪਾਸ ਕਰਕੇ ਕਿਰਪਾਨਾਂ, ਉਸ ਤੋਂ ਬਾਅਦ ਕੁਝ ਕਿਰਪਾਨਾਂ ਫਿਰ ਅਸੀਂ ਭੇਜੀਆਂ। ਕਦੀ ਤੁਹਾਡੇ ਨਾਲ ਇਦਾਂ ਦਾ ਸਮਾਂ ਜਾਂ ਇਦਾਂ ਦਾ ਵਕਤ ਆਇਆ ਹੋਵੇ ਕਿ ਦੇਸ਼ ਕੌਮ ਲਈ ਜਾਂ ਤੁਹਾਨੂੰ ਕਿਰਪਾਨਾਂ ਵੱਧ ਤੋਂ ਵੱਧ ਜਿਹੜੀਆਂ ਬਣਾ ਕੇ ਜ਼ਰੂਰੀ ਬਣਾ ਕੇ ਭੇਜਣੀਆਂ ਪਈਆਂ ਹੋਣ? ਹਾਂਜੀ ਵੀਰ ਜੀ, ਆ ਪਿੱਛੇ ਜੇ ਚਾਈਨਾ ਦੇ ਬਾਰਡਰ 'ਤੇ ਲੋੜ ਪਈ ਸੀ 11 ਸਿੱਖ ਰੈਜੀਮੈਂਟ ਫੌਜ ਦੇ ਵਿੱਚ, ਉੱਥੇ ਵੀਰ ਜੀ ਸ੍ਰੀ ਸਾਹਿਬ ਆਪਾਂ ਵੱਡੇ ਭੇਜੇ ਸੀ। 15 ਕਿਰਪਾਨਾਂ ਪਹਿਲਾਂ ਉਹਨਾਂ ਨੇ ਸੈਂਪਲ ਵਾਸਤੇ ਮੰਗਾਈਆਂ ਸੀ, ਫਿਰ ਚੈੱਕ ਕਰਕੇ ਉਸ ਤੋਂ ਬਾਅਦ ਕੁਝ ਕਿਰਪਾਨਾਂ ਹੋਰ ਭੇਜੀਆਂ। ਹਾਂਜੀ, ਤੇ ਉਸ ਤੋਂ ਬਾਅਦ ਜਾਂ ਸਿੱਖ ਕੌਮ ਦੇ ਵਿੱਚ ਵੀ ਕਦੀ ਇੱਦਾਂ ਦਾ ਮੌਕਾ ਮਿਲਿਆ ਵੱਧ ਤੋਂ ਵੱਧ ਸੇਵਾ ਕਰਨ ਦਾ ਜਾਂ ਕਿਰਪਾਨਾਂ ਭੇਜਣ ਦਾ? ਹਾਂਜੀ ਵੀਰ ਜੀ,
ਬਾਬਾ ਗੁਰਨਾਮ ਸਿੰਘ ਜੀ ਯੂਪੀ ਵਾਲੇ, ਉਹਨਾਂ ਨੇ ਸਾਡੇ ਤੋਂ 200 ਕਿਰਪਾਨ ਤਿਆਰ ਕਰਵਾਈ। ਹੋਲਾ ਮਹੱਲਾ ਯੂਪੀ ਦੇ ਵਿੱਚ ਮਨਾਉਂਦੇ ਆ ਜੀ, ਉੱਥੇ ਉਹਨਾਂ ਨੂੰ ਕਿਰਪਾਨਾਂ ਭੇਜੀਆਂ ਆਪਾਂ, 200 ਕਿਰਪਾਨ ਭੇਜੀ। ਮੰਨਿਆ ਜਾ ਵੀਰ ਜੀ, ਜਿਵੇਂ ਤੁਹਾਡੇ ਸ਼ੁਰੂ ਤੋਂ ਹੀ ਖਾਨਦਾਨ ਤੁਸੀਂ ਲਾਹੌਰ ਜੇ ਹਨਾ, ਉਸ ਤੋਂ ਬਾਅਦ ਤੁਹਾਡੇ ਫਾਦਰ ਸਾਹਿਬ ਆਰੇ ਤੋਂ ਬਾਅਦ ਇੱਧਰ ਨੂੰ ਆ ਗਏ, ਉਹਨਾਂ ਦਾ ਵਿਹਾਰ ਜਿਹੜਾ ਇੱਧਰ ਨੂੰ ਆ ਗਿਆ, ਤੇ ਉਸ ਟਾਈਮ ਜਿਹੜੇ ਘਰ ਦੇ ਹਾਲਾਤ ਸੀ ਉਹ ਕਿਵੇਂ ਸੀ? ਘਰ ਦੇ ਹਾਲਾਤ ਵੀਰ ਜੀ ਵਧੀਆ ਸੀ, ਗੁਰੂ ਦੀ ਕਿਰਪਾ ਸੀ, ਪ੍ਰਸ਼ਾਦਾ ਪੱਕਦਾ ਸੀ, ਠੀਕ ਸੀ। ਕਿਉਂਕਿ ਨਸ਼ਾ ਨਾ ਤੇ ਸਾਡੇ ਪਿਤਾ ਜੀ ਨੇ ਕੀਤਾ ਤੇ ਨਾ ਅਸੀਂ ਕੀਤਾ। ਘਰ ਦੇ ਹਾਲਾਤ ਮਾੜੇ ਹੁੰਦੇ ਆ ਨਸ਼ੇ ਦਾ ਕਰਕੇ, ਕਿਉਂਕਿ ਨਸ਼ੇ ਦੇ ਵਿੱਚ ਜਿਹੜਾ ਬੰਦਾ ਵੜਦਾ ਵਾ ਤੇ ਫਿਰ ਉਹ ਹੌਲੀ ਹੌਲੀ ਠਾਹ ਨੂੰ ਜਾਂਦਾ ਵਾ, ਤਾਂ ਨੂੰ ਨਹੀਂ ਆਉਂਦਾ। ਕਿਉਂਕਿ ਸਾਡੇ ਪਿਤਾ ਜੀ ਜਿਹੜੇ ਸਨ ਉਹ ਸੰਤ ਬਾਬਾ ਤਾਰਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ, ਉਹਨਾਂ ਦੇ ਕੋਲ ਗਏ, ਉਹਨਾਂ ਦੀ ਸੰਗਤ ਕੀਤੀ, ਉਹਨਾਂ ਨੇ ਅੰਮ੍ਰਿਤ ਦੀ ਦਾਤ ਉਹਨਾਂ ਨੂੰ ਬਖਸ਼ੀ, ਗੁਰੂ ਸਾਹਿਬ ਤੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਾਇਆ, ਤੇ ਉਸ ਤੋਂ ਬਾਅਦ ਕਿਰਪਾਨਾਂ ਦਾ ਕੰਮ ਸ਼ੁਰੂ ਕਰ ਲਿਆ ਜੀ। ਤੇ ਵੀਰ ਜੀ ਅੰਮ੍ਰਿਤ ਦੀ ਦਾਤ ਬਖਸ਼ੀ ਸੰਤਾਂ ਸਰਿਆਲੀ ਵਾਲਿਆਂ ਨੇ, ਉਸ ਤੋਂ ਬਾਅਦ ਸਾਨੂੰ ਵੀ ਲੱਗਣ ਲੱਗੀ, ਅਸੀਂ ਵੀ ਸੰਤਾਂ ਦੇ ਕੋਲ ਜਾਂਦੇ ਰਹੇ, ਸੇਵਾ ਕਰਦੇ ਰਹੇ, ਪੂਰਾ ਸੰਯੋਗ ਸੰਪਰਦਾ ਨੇ ਸਾਨੂੰ ਦਿੱਤਾ। ਤੇ ਜਿਹੜੀ ਸਭ ਤੋਂ ਪਹਿਲੀ ਕਿਰਪਾਨ ਸਾਡੇ ਬਜ਼ੁਰਗਾਂ ਨੇ ਤਿਆਰ ਕੀਤੀ ਉਹ ਅੱਜ ਵੀ ਸਾਡੇ ਕੋਲ ਮੌਜੂਦ ਆ। ਇਹ ਸ੍ਰੀ ਸਾਹਿਬ ਅਸੀਂ ਆਪਣੇ ਕੋਲ ਸਾਂਭ ਕੇ ਰੱਖੀ ਆ। ਇਹ ਨਿਸ਼ਾਨੀ ਹੈ ਇੱਕ ਕਿਸ ਭਰਾਵਾਂ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਕਿਰਪਾਨ ਸ੍ਰੀ ਸਾਹਿਬ ਤਿਆਰ ਹੋਈ, ਉਹ ਇਹ ਕਿਰਪਾਨ ਆ। ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਗੱਲ ਦੱਸ ਕੇ ਜਾਵਾਂਗੇ ਕਿ ਇਹ ਨਿਸ਼ਾਨੀ ਤੌਰ 'ਤੇ ਰੱਖਣੀ ਹੈ ਕਿ ਸਭ ਤੋਂ ਪਹਿਲੀ ਸ੍ਰੀ ਸਾਹਿਬ ਜਿਹੜੀ ਆਪਣੀ ਤਿਆਰ ਹੋਈ ਹੈ। ਉਸ ਤੋਂ ਬਾਅਦ ਵੀਰ ਜੀ ਅੱਜ ਗੁਰੂ ਦੀ ਕਿਰਪਾ ਵਾ, ਤੁਸੀਂ ਵੇਖ ਸ੍ਰੀ ਸਾਹਿਬ, ਇਹ ਵੀਰ ਜੀ ਸਭ ਤੋਂ ਪਹਿਲੀ ਸ੍ਰੀ ਸਾਹਿਬ ਬਣੀ ਆ, ਤੇ ਆ ਅੱਜ ਦੇ ਜ਼ਮਾਨੇ ਦੀ ਹੁਣ ਦੀ ਸ੍ਰੀ ਸਾਹਿਬ ਬਣੀ ਆ। ਤੇ ਜਿਵੇਂ ਤੁਸੀਂ ਹਥਿਆਰ ਬਣਾ ਰਹੇ ਹੋ ਨਾ, ਇੱਕ ਹਥਿਆਰ ਮੰਨਿਆ ਜਾਂਦਾ ਕਿਰਪਾਨ ਹਨਾ, ਤੇ ਕਦੀ ਤੁਹਾਨੂੰ ਪੁਲਿਸ ਮੁਲਾਜ਼ਮ ਨੇ ਜਾਂ ਕਿਸੇ ਪੁਲਿਸ ਅਧਿਕਾਰੀ ਨੇ ਜਾਂ ਹੋਰ ਕਿਸੇ ਪ੍ਰਸ਼ਾਸਨ ਨੇ ਤੁਹਾਨੂੰ ਰੋਕਿਆ ਨਹੀਂ ਕਿ ਤੁਸੀਂ ਹਥਿਆਰ ਬਣਾ ਰਹੇ ਹੋ? ਨਹੀਂ ਵੀਰ ਜੀ, ਗੁਰੂ ਸਾਹਿਬ ਦੀ ਐਡੀ ਬਖਸ਼ਿਸ਼, ਐਡੀ ਰਹਿਮਤ ਆ ਕਿ ਅਜੇ ਤੱਕ ਨਹੀਂ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਬਣਿਆ। ਕਿਉਂਕਿ ਹਥਿਆਰ ਤੇ ਪਹਿਲਾਂ ਵੀ ਗੁਰੂ ਮਹਾਰਾਜ ਦੇ ਸਮੇਂ ਵੀ ਸਿੱਖ ਜਿਹੜੇ ਤਿਆਰ ਕਰਦੇ ਰਹੇ ਆ, ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਾਰੀਗਰ ਰਹੇ ਜਿਹੜੇ ਸ਼ਸਤਰ ਤਿਆਰ ਕਰਦੇ ਰਹੇ ਆ। ਅੱਜ ਵੀ ਉਸੇ ਤਰ੍ਹਾਂ ਹੀ ਸਿੱਖ ਕੌਮ ਦੇ ਨਾਲ ਸ਼ਸਤਰ ਤਿਆਰ ਕਰਦੇ ਆ ਜੀ ਅਸੀਂ। ਹੁਣ ਵੇਲਾ ਹੋ ਗਿਆ ਇਜਾਜ਼ਤ ਦਾ, ਤੁਸੀਂ ਜਾਂਦੇ ਵਕਤ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਵੀਰ ਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਅਜੋਕੇ ਸਮੇਂ ਦੇ ਵਿੱਚ ਜੋ ਸਮਾਂ ਚੱਲ ਰਿਹਾ ਹੈ, ਸਿੱਖਾਂ ਦੇ ਬੱਚੇ ਪਰਤ ਪੁਣੇ ਮਲ ਵੱਧ ਰਹੇ ਨੇ, ਨਸ਼ੇ ਕਰ ਰਹੇ ਨੇ। ਮੈਂ ਇਹ ਕਹੂੰਗਾ ਕਿ ਵੀਰੋ ਬਚੋ, ਸਿੱਖੀ ਵੱਲ ਆਓ, ਆਪਣਾ ਇਤਿਹਾਸ ਵੇਖੋ, ਪੁਰਾਤਨ ਇਤਿਹਾਸ ਆਪਣਾ ਕੀ ਸੀ। ਗੁਰੂ ਕੇ ਸਿੰਘ ਸਜੋ, ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ। ਨਾਲ ਹੀ ਇਹ ਕਹਿਣਾ ਚਾਹਾਂਗਾ ਕਿ ਸਭਰਾਵਾਂ ਦੀ ਕਿਰਪਾਨ ਜਿਹੜੀ ਆ ਉਹ ਸਭਰਾਵਾਂ ਤੋਂ ਵੀਰ ਜੀ ਤੁਹਾਨੂੰ ਮਿਲੂਗੀ, ਕਿਉਂਕਿ ਸਾਡੀ ਬਣੀ ਬਾਹਰ ਕਿਰਪਾਨ ਤੁਸੀਂ ਖਰੀਦਣਾ ਚਾਹੋ, ਹੋ ਸਕਦਾ ਸਾਡੀ ਬਣੀ ਕਿਰਪਾਨ ਨਾ ਹੋਵੇ, ਤੁਹਾਡੇ ਨਾਲ ਠੱਗੀ ਹੋ ਜਾਏ, ਤੁਹਾਡੇ ਤੋਂ ਪੈਸੇ ਵੀ ਜ਼ਿਆਦਾ ਲੈ ਜਾਣ ਤੇ ਤੁਹਾਨੂੰ ਚੀਜ਼ ਵੀ ਜਿਹੜੀ ਆ ਓਰੀਜਨਲ ਨਾ ਮਿਲੇ। ਇਹਨਾਂ ਕੋਈ ਕਹਿ ਕੇ ਮੈਂ ਖਿਮਾ ਦਾ ਜਾ ਚੁੱਕਾ ਜੀ। ਆਸ ਕਰਦੇ ਹਾਂ ਤੁਹਾਨੂੰ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਾਡਾ ਵਧੀਆ ਲੱਗਿਆ ਹੋਵੇ। ਤਰਨਤਾਰਨ ਤੋਂ ਗੁਰਜੀਤ ਦੇ ਨਾਲ ਕੈਮਰਾਮੈਨ ਗੁਰਜੀਤ ਸਿੰਘ। ਲਾਸਟ ਤੇ ਆਪਕੋ ਵਾਹਿਗੁਰੂ ਜੀ ਕਾ ਖਾਲਸਾ।